ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮਹਿ ਪ੍ਰਤਿਪਾਲਹੁ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ, ਕੋਟ ਪਰਾਧ ਹਮਾਰੇ ਖੰਡਹੁ। ਅਨਕ ਵਿਧੀ ਸਮਝਾਵਹੁ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵਹੁ, ਤੁਮਰੀ ਸਰਣ ਤੁਮਾਰੀ ਆਸਾ। ਤੁਮਹਿ ਸਾਜਨ ਸੋਹਿਲੇ, ਰਖਹੁ ਰਖਨਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਰਖਹੁ ਰਖਨਹਾਰ ਦਇਆਲਾ। ਨਾਨਕ ਘਰ ਕੇ ਗੋਲੇ। ਪਰਮ ਸਨਮਾਨ ਸਤਿਕਾਰਯੋਗ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ, ਤਖ਼ਤਾਂ ਤਾਜਾਂ ਦੇ ਮਾਲਕ, ਗਰੀਬ ਨਵਾਜ, ਜੋਗੋ ਜੁਗ ਅਟਲ, ਚਵਰ ਛਾਤਰ ਤਖ਼ਤ ਦੇ ਮਾਲਕ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਉਕਾਗਰਤਾ ਵਾਸਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾਉਂਦੇ ਹੱਥ ਜੋੜ ਬੁਲੰਦ ਆਵਾਜ਼ ਵਿੱਚ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੱਜ ਆਪਾਂ ਨਗਰ ਨਰੂੜ ਦੀਆਂ ਸੰਗਤਾਂ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਸੋ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਪਾਵਨ ਗੋਦ ਵਿੱਚ ਮਿਲ ਕਰਕੇ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਅਗੰਮੀ ਬਾਣੀ, ਧੁਰਕੀ ਬਾਣੀ, ਮਿੱਠੀ ਬਾਣੀ, ਵਾਹਿਗੁਰੂ ਦਾ ਆਦੇਸ਼, ਨਿਰੰਕਾਰ ਦਾ ਸਰੂਪ ਪਾਵਨ ਬਾਣੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਕਿਤੇ ਇਸ ਗੁਰਬਾਣੀ ਦੇ ਪਰਥਾਏ ਬਚਨ ਕਰ ਦਿੱਤੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਐਸੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸਾਂ। ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ, ਉਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਇਹ ਕਿਤੇ ਗਰੀਬ ਨਵਾਜ਼ ਤਰਸ ਕਰਨ ਤੇ ਕਿਰਪਾ ਕਰਨ, ਕਿਤੇ ਸਮਝ ਪੈ ਜਾਏ ਵੀ ਇਹ ਜਿਹੜੇ ਇੰਨੇ ਕੁ ਅਮੋਲਕ ਕੀਮਤੀ ਰਤਨ, ਉਤਮ ਸ਼ਲੋਕ, ਸਾਧ ਕੇ ਬਚਨ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਹਜ਼ੂਰ ਦੇ ਪਾਵਨ ਬਚਨ, ਕੱਲਾ ਕੱਲਾ ਬੋਲ, ਕੱਲਾ ਕੱਲਾ ਬਚਨ, ਅਮਲੀਕ ਲਾਲ, ਇਹ ਅਮੁੱਲਕ ਲਾਲ ਨੇ, ਬੇਕੀਮਤੇ ਨੇ, ਜਿਨ੍ਹਾਂ ਦੀ ਕੀਮਤ ਨੂੰ ਉਦਾ ਨਹੀਂ ਕੀਤਾ ਜਾ ਸਕਦਾ। ਤਾਂ ਹੀ ਤਾਂ ਮੇਰੇ ਪਾਤਸ਼ਾਹ ਨੇ ਆਖਿਆ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਮੈਂ ਮਤਾਵਾਂ ਨੂੰ ਬੇਨਤੀ ਕਰਾਂ ਵੀ ਗੱਲਾਂ ਨਾ ਕਰੋ, ਸੰਗਤ ਵਿੱਚ ਬਿਲਕੁਲ ਖਾਮੋਸ਼ ਹੋ ਕੇ ਗੁਰੂ ਕੇ ਸ਼ਬਦ ਵਿੱਚ ਆਪਣਾ ਕੰਨ ਟਿਕਾ ਕੇ ਬੈਠੀ ਦਾ। ਸੰਗਤ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਉਣਾ ਅਮੁੱਲਕ ਆ, ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਕੁਝ ਪ੍ਰਾਪਤ ਕਰ ਲਿਆ, ਤੇ ਜਿਹੜਾ ਜਿੱਦਾਂ ਆਇਆ ਸੀ ਉੱਦਾਂ ਦਾ ਉੱਦਾਂ ਹੀ ਚਲਾ ਗਿਆ, ਕੁਝ ਵੀ ਪੱਲੇ ਨਹੀਂ ਬੰਨ੍ਹ ਕੇ ਲੈ ਕੇ ਗਿਆ, ਤੇ ਉਹਦਾ ਆਉਣਾ ਸਾਰਥਕ ਨਹੀਂ ਹੋਇਆ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਪਾਵਨ ਬਾਣੀ ਜਪਜੀ ਸਾਹਿਬ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲਕ ਹੈ ਉਹ ਉਹਨਾਂ ਦਾ ਆਉਣਾ, ਜਿਹੜੇ ਅਮੁੱਲਕ ਦਾਤ ਨੂੰ ਲੈ ਗਏ ਨੇ। ਤੇ ਅਮੁੱਲਕ ਦਾਤ ਕੀ ਹੈ? ਗੁਰੂ ਦੀ ਪਾਵਨ ਬਾਣੀ ਦਾ ਕੱਲਾ ਕੱਲਾ ਬੋਲ ਬੜਾ ਕੀਮਤੀ। ਕਿਤੇ ਆਨੰਦ ਸਾਹਿਬ ਦੀ ਪਾਵਨ ਬਾਣੀ 'ਚ ਵੀ ਸਰਵਣ ਕੀਰਤ ਕਰਦੇ ਹਾਂ ਵੀ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸਚੈ ਲਾਇਆ ਭਾਓ। ਆਪੇ ਹੀਰਾ ਰਤਨ, ਆਪੇ ਜਿਸਨੂੰ ਦੇ ਬੁਝਾਏ। ਇੰਨਾ ਕੀਮਤੀ ਆ ਗੁਰੂ ਕਾ ਖਜ਼ਾਨਾ। ਕੱਲਾ ਕੱਲਾ ਬੋਲ, ਕੱਲਾ ਕੱਲਾ ਬਚਨ, ਅਮਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ। ਜਿਹੜਾ ਇੱਥੇ ਸੰਗਤ 'ਚ ਬਹਿ ਕੇ ਸੁਣ ਲੈਂਦਾ ਕੰਨਾਂ ਨਾਲ, ਤੇ ਇੱਥੇ ਕੱਲਾ ਸੁਣਨ ਤੇ ਹੀ ਨਹੀਂ ਖੜੇ ਹੋਣਾ, ਸੁਣ ਕੇ ਉਹਨੂੰ ਕਮਾ ਲੈਂਦਾ ਜ਼ਿੰਦਗੀ ਵਿੱਚ, ਤੇ ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੋ ਜਾਂਦਾ ਹੈ, ਆਧਾਰ ਹੋ ਜਾਂਦਾ, ਉਹਨਾਂ ਦਾ ਕਲਿਆਣ ਹੋ ਜਾਂਦੀ। ਸੋ ਅਸੀਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸਰਵਣ ਕੀਤੀ ਹੈ। ਆਓ ਜੋ ਅੱਜ ਪੋਹ ਦਾ ਮਹੀਨਾ ਪ੍ਰਾਰੰਭ ਹੋ ਰਿਹਾ,
ਤੇ ਪੋਹ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਉਪਦੇਸ਼ ਕੀ ਕਰਦੇ ਆ? ਆਪਣੀਆਂ ਮਨੋ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ। ਪਿਆਰ ਦੇ ਸਹਿਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਕ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਮੁ। ਮਨ ਵੇਦਿਆ ਚਰਨਾਰ ਬਿੰਦੋ, ਦਰਸ਼ਨ ਲਗੜਾ ਸਾਹੋ। ਓਕ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਮੁ। ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਕੋਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਇ ਨ ਸਕਈ, ਮਿਲ ਸਾਧੂ ਗੁਣ ਗਾਹੋ। ਜੈ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੁੜਿਆਹੋ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸ਼ਰਨ ਪਈ ਨਾਰਾਇਣ, ਨਾਨਕ ਦਰ ਪਈਆਹੋ। ਓ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਸ਼ਰਨ ਪਈ ਨਾਰਾਇਣ, ਨਾਨਕ ਦਰ ਪਈਆਹੋ। ਓ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਰਹਿਮਤਾਂ ਦੇ ਸਾਗਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਮ। ਪੋਖ ਦਾ ਮਤਲਬ ਭਾਵ ਹੈ ਪੋਹ। ਪੋਹ ਮਹੀਨੇ ਦਾ ਨਾਮ ਆ। ਤੇ ਗਰੀਬ ਨਵਾਜ ਕਹਿੰਦੇ ਨੇ ਵੀ ਪੋਹ ਦੇ ਮਹੀਨੇ ਦਾ ਕੱਕਰ। ਇਹ ਜਿਹੜਾ ਤੁਖਾਰ ਸ਼ਬਦ ਆ, ਇਹ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਆ। ਸੰਸਕ੍ਰਿਤ ਵਿੱਚ ਤੁਖਾਰ ਨਾਮ ਬਰਫ਼ ਦਾ ਹੁੰਦਾ ਹੈ। ਪੋਹ ਦੇ ਮਹੀਨੇ ਦੀ ਪੈ ਰਹੀ ਬਰਫ਼, ਪੈ ਰਿਹਾ ਕੱਕਰ, ਪੈ ਰਹੀ ਠੰਡ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਜਿਨ੍ਹਾਂ ਦੇ ਗਲੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ। ਇਹ ਕੰਠ ਮਿਲਿਆ ਹਰਿ ਨਾਹੋ ਦਾ ਅਰਥ ਵਿਦਵਾਨ ਸੱਜਣੇ ਉਵੇਂ ਕਰਦੇ ਨੇ, ਨਾਹ ਨਾਮ ਪਤੀ ਦਾ ਵੀ ਆ। ਮਿਲ ਨਾਹ ਜੀਓ ਤੋ ਏਕ ਲੜੀ ਬਨ ਮਾਹੇ। ਪ੍ਰਭੂ ਦਾ ਮਿਲਾਪ ਜਿਨ੍ਹਾਂ ਨੂੰ ਹੋ ਗਿਆ, ਜਿਨ੍ਹਾਂ ਨੂੰ ਪਲੀਪੂਰਨ ਪਰਮਾਤਮਾ ਅਕਾਲ ਪੁਰਖ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਕਹਿੰਦੇ ਨੇ ਜੀ ਉਹਨਾਂ ਨੂੰ ਪੋਹ ਦੇ ਮਹੀਨੇ ਦਾ ਕੱਕਰ, ਪੋਹ ਦੇ ਮਹੀਨੇ ਦੀ ਬਰਫ਼, ਪੋਹ ਦੇ ਮਹੀਨੇ ਦੀ ਠੰਡ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ। ਰੋਜ਼ਮਰਾ ਜ਼ਿੰਦਗੀ ਵਿੱਚ ਆਪਾਂ ਤੱਕਦੇ ਹਾਂ, ਕਿਉਂਕਿ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਹਿਮ ਰੁੱਤ ਕਿਹਾ। ਜਿਵੇਂ ਆਪਾਂ 12 ਮਹੀਨੇ ਨੇ ਇੱਕ ਸਾਲ ਵਿੱਚ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਵੀ 12 ਮਹੀਨੇ, ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਉਹਨਾਂ 12 ਮਹੀਨਿਆਂ ਦਾ ਹੀ ਜ਼ਿਕਰ ਕੀਤਾ ਤੇ ਗੁਰਬਾਣੀ ਦਾ ਨਾਮ ਵੀ 12 ਮਾਹ। ਤੇ ਜਿਹੜੇ 12 ਮਹੀਨੇ ਨੇ ਉਹਨਾਂ ਅੰਦਰ 6 ਰੁੱਤਾਂ ਮੰਨੀਆਂ ਜਾਂਦੀਆਂ ਨੇ। 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਆ। ਠੰਡ ਦੀ ਸ਼ੁਰੂਆਤ ਦੀ ਰੁੱਤ ਜਿਹੜੀ ਆ ਉਹ
ਕੱਤਕ ਦਾ ਮਹੀਨਾ ਤੇ ਮੱਘਰ ਦਾ ਮਹੀਨਾ ਸਰਦੀ ਦੀ ਸ਼ੁਰੂਆਤ ਹੁੰਦੀ ਹੈ। ਮੱਘਰ ਤੇ ਪੋਹ ਦਾ ਮਹੀਨਾ ਜਿਹੜਾ ਆ ਇਹ ਅੱਤ ਠੰਡ ਦਾ ਮੰਨਿਆ ਜਾਂਦਾ, ਇਹਨੂੰ ਹਿਮ ਰੁੱਤ ਕਿਹਾ ਜਾਂਦਾ। ਤੇ ਹਿਮ ਦੇ ਅਰਥ ਜਿਹੜੇ ਨੇ ਉਹ ਵਿਦਵਾਨਾਂ ਨੇ ਬਰਫ਼ ਵੀ ਕੀਤੇ ਆ। ਤੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਬਚਨ ਕੀਤੇ ਨੇ ਵੀ ਜਦੋਂ ਪੋਹ ਦਾ ਮਹੀਨਾ ਪ੍ਰਾਰੰਭ ਹੁੰਦਾ ਆ ਤੇ ਜੰਗਲ ਵਿੱਚ ਘਾਹ ਫੂਸ ਪੌਦੇ ਪੱਤੇ ਬਨਸਪਤੀ ਪ੍ਰਭਾਵਿਤ ਹੁੰਦੀ ਆ। ਦਰਖਤਾਂ ਦੇ ਪੱਤੇ ਠੰਡ ਨਾਲ ਡਿੱਗ ਪੈਂਦੇ ਨੇ। ਜੰਗਲ ਵਿੱਚ ਉੱਗਿਆ ਹੋਇਆ ਘਾਹ ਉਸ ਸਰਦੀ ਨੂੰ ਨਾ ਸੁਹਾਰਦਾ, ਸੜ ਜਾਂਦਾ ਆ। ਤੇ ਇੱਥੇ ਤੇ ਸਾਡੇ ਤਜਰਬੇਕਾਰ ਬਜ਼ੁਰਗ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਤੇ ਇਹ ਵੀ ਗੱਲ ਆਖਿਆ ਕਰਦੇ ਸੀ ਵੀ ਪੋਹ ਦੇ ਮਹੀਨੇ ਵਿੱਚ ਠੰਡ ਤੋਂ ਪ੍ਰਭਾਵਿਤ ਹੋ ਕਰਕੇ ਦੁਧਾਰੂ ਪਸ਼ੂਆਂ ਦਾ ਦੁੱਧ ਘਟ ਜਾਂਦਾ ਹੈ। ਠੰਡ ਦਾ ਇੰਨਾ ਜ਼ੋਰ ਹੁੰਦਾ ਹੈ। ਤੇ ਗੁਰਮੁਖੋ, ਜਿੱਥੇ ਸੰਸਾਰ ਦੀ ਚਾਲ ਧੀਮੀ ਪੈ ਜਾਂਦੀ ਆ, ਜਿੱਥੇ ਕੁਦਰਤ ਵਿੱਚ ਬੜਾ ਬਦਲਾਓ ਆ ਜਾਂਦਾ ਆ, ਦਰਖਤਾਂ ਦੇ ਪੱਤੇ ਡਿੱਗਦੇ ਨੇ, ਬਣ ਦਾ ਘਾਹ ਫੂਸ ਸੜ ਜਾਂਦਾ ਆ, ਤੇ ਆਮ ਰੋਜ਼ਮਰਾ ਜ਼ਿੰਦਗੀ ਵਿੱਚ ਦੁਨੀਆਦਾਰ ਬੰਦੇ ਦੀ ਚਾਲ ਵੀ ਅੱਗੇ ਨਾਲੋਂ ਮੱਠੀ ਪੈ ਜਾਂਦੀ। ਸਕੂਲ ਕਾਲਜ ਜਿਹੜੇ ਨੇ ਉਹਨਾਂ ਦਾ ਟਾਈਮ ਬਦਲ ਜਾਂਦਾ। ਲੋਕ ਆਫਿਸ ਵਿੱਚ ਜਿਹੜੇ 7 ਵਜੇ 8 ਵਜੇ ਜਾਂਦੇ ਨੇ ਉਹ ਤਕਰੀਬਨ 9 9:30 ਦਾ ਟਾਈਮ ਹੋ ਜਾਂਦਾ। ਸੰਸਾਰ ਦੀ ਚਾਲ ਤਾਂ ਧੀਮੀ ਪੈ ਜਾਂਦੀ ਆ, ਪਰ ਗਰੀਬ ਨਵਾਜ ਕਹਿੰਦੇ ਨੇ ਰੂਹਾਨੀਅਤ ਦੇ ਮਾਰਗ ਤੇ ਕਦਮ ਪੁੱਟਣ ਵਾਲੇ ਗੁਰਸਿੱਖ ਦੀ ਚਾਲ ਇਸ ਠੰਡ ਤੋਂ ਪ੍ਰਭਾਵਿਤ ਹੋ ਕੇ ਮਿੱਠੀ ਨਹੀਂ ਹੁੰਦੀ। ਸੰਸਾਰੀ ਦੀ ਚਾਲ ਇਸ ਠੰਡ ਨੂੰ ਰੋਕ ਸਕਦੀ ਆ, ਨਿਰੰਕਾਰੀ ਦੇ ਰਸਤੇ ਨੂੰ ਇਹ ਠੰਡ ਬਾਧਾ ਨਹੀਂ ਹੋ ਸਕਦੀ, ਰੁਕਾਵਟ ਨਹੀਂ ਹੋ ਸਕਦੀ। ਤੇ ਗੁਰਮੁਖ ਪਿਆਰਿਓ, ਆਪਣੇ ਮਨਾਂ ਵਿੱਚ ਝਾਤ ਮਾਰੀਏ, ਪੋਹ ਦਾ ਮਹੀਨਾ ਹੋਵੇ, ਮੱਘਰ ਦਾ ਮਹੀਨਾ ਹੋਵੇ, ਗੁਰੂ ਕਾ ਸਿੱਖ ਦੇ ਅੰਦਰ ਓਨਾ ਹੀ ਜਜ਼ਬਾ ਗੁਰੂ ਘਰ ਜਾਣ ਲਈ ਹੋਣਾ ਚਾਹੀਦਾ ਜਿੰਨਾ ਅਸੀਂ ਆਮ ਚੰਗੇ ਸੋਹਣੇ ਮੌਸਮ ਵਿੱਚ ਆਉਂਦੇ ਹਾਂ। ਵੈਸੇ ਤਾਂ ਗੁਰਬਾਣੀ ਵਿੱਚ ਗਰੀਬ ਨਵਾਜ ਨੇ ਇਹ ਵੀ ਕਿਹਾ ਹੈ ਵੀ ਰੋਤੀ ਉਹੀ ਚੰਗੀ ਆ ਜਦੋਂ ਰੱਬ ਚੇਤੇ ਆਉਂਦਾ। ਜਦੋਂ ਪਾਰ ਬ੍ਰਹਮ ਚੇਤੇ ਆਉਂਦਾ, ਕਹਿੰਦੇ ਸਾਈ ਸੁਹਾਵੀ ਰੁੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਉਹ ਰੁੱਤ ਕਿਸੇ ਕੰਮ ਦੀ ਵੀ ਨਹੀਂ ਜਦੋਂ ਰੱਬ ਭੁੱਲ ਜਾਏ। ਤੇ ਗਰੀਬ ਨਵਾਜ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਕੋਈ ਲਗਨ ਬਣ ਗਈ, ਜਿਨ੍ਹਾਂ ਦਾ ਪਿਆਰ ਬਣ ਗਿਆ, ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ, ਉਹਨਾਂ ਦੀ ਚਾਲ ਠੰਡ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਹ ਸਾਡਾ ਜਿਹੜਾ ਲਹੂ ਰੰਗਿਆ ਇਤਿਹਾਸ ਹੈ, ਪੋਹ ਦੇ ਮਹੀਨੇ ਦਾ ਪਾਵਨ ਇਤਿਹਾਸ, ਸ਼ਹੀਦੀਆਂ ਦਾ, ਸ਼ਹਾਦਤਾਂ ਦਾ, ਸਿੱਖ ਕੌਮ ਲਈ ਬੜੀ ਗੌਰਵਮੱਤਾ ਇਤਿਹਾਸ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਇਹ ਜਿਹੜਾ ਦਿਨ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਬਰਾਗ ਧਾਰਨ ਕਰ ਲਓ। ਨਹੀਂ ਗੁਰਮੁਖੋ, ਅਸੀਂ ਮਨ ਵਿੱਚ ਗੰਭੀਰਤਾ ਜ਼ਰੂਰ ਲਿਆਉਣੀ ਆ, ਤੇ ਗੰਭੀਰਤਾ ਸਾਡੀ ਇੱਦਾਂ ਦੀ ਹੋਵੇ ਕਿ ਸਾਡੇ ਵੱਡ ਪੁਰਖਿਆਂ ਨੇ ਸਾਡੀ ਖਾਤਰ ਇੰਨਾ ਕੁਝ ਕਰ ਦਿੱਤਾ ਤੇ ਸਾਡੀ ਗੰਭੀਰਤਾ ਵਿੱਚੋਂ ਸ਼ੁਭ ਗੁਣ ਨਿਕਲਣੇ ਚਾਹੀਦੇ ਨੇ। ਸਾਡੀ ਗੰਭੀਰਤਾ ਵਿੱਚੋਂ ਪ੍ਰਮਾਤਮਾ ਦਾ ਚਿੰਤਨ ਨਿਕਲਣਾ ਚਾਹੀਦਾ ਹੈ। ਸਾਡੀ ਗੰਭੀਰਤਾ ਵਿੱਚੋਂ ਔਗਣਾਂ ਦਾ ਤਿਆਗ ਹੋਣਾ ਚਾਹੀਦਾ ਹੈ। ਇੱਦਾਂ ਦੀ ਗੰਭੀਰਤਾ ਹੋਵੇ। ਇਹ ਨਹੀਂ ਵੀ ਉਹਦਾ ਮਹੀਨਾ ਇਹ ਸ਼ਹਾਦਤਾਂ ਦਾ ਮਹੀਨਾ ਆ ਤੇ ਇਹਦੇ ਵਿੱਚ ਆਪਾਂ ਥੋੜ੍ਹੇ ਕੁ ਦਿਨ ਆਪਣੇ ਮਨ 'ਚ ਗੰਭੀਰ ਹੋ ਗਏ, ਸਮਾਂ ਬਤੀਤ ਹੋ ਗਿਆ ਤੇ ਸਮਾਂ ਪਾ ਕੇ ਸਾਡੇ ਔਗਣ, ਸਾਡੀਆਂ ਕ੍ਰਿਤੀਆਂ, ਸਾਡਾ ਜੀਵਨ ਉੱਦਾਂ ਦਾ ਹੀ ਰਹਿ ਜਾਏ। ਤਬਦੀਲੀ ਆਉਣੀ ਚਾਹੀਦੀ ਹੈ, ਬਦਲਾਓ ਆਉਣਾ ਚਾਹੀਦਾ। ਇਹ ਜਿਹੜਾ ਪੋਹ ਦਾ ਮਹੀਨਾ ਆ ਇਹ ਬੜਾ ਗੌਰਵਮਈ ਇਤਿਹਾਸ ਹੈ ਗੁਰੂ ਕੇ ਖਾਲਸਿਆਂ ਦਾ ਸਿਰਜਿਆ ਹੋਇਆ। ਤੇ ਗੁਰਮੁਖੋ, ਹੁਣ ਸੱਚੇ ਪਾਤਸ਼ਾਹ ਜੀ ਨੇ ਇੱਥੇ
ਠੰਡ ਦੀ ਗੱਲ ਕੀਤੀ। ਜੇ ਗਰਮੀ ਦਾ ਮੌਸਮ ਆਇਆ ਤੇ ਉੱਥੇ ਬਚਨ ਕਰ ਦਿੱਤੇ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨ੍ਹਾਂ ਪਾਸ। ਕਹਿਣ ਲੱਗੇ ਸਾਚਿਆ ਕਿ ਇਹ ਜਿਹੜੀ ਹਾੜ ਦੇ ਮਹੀਨੇ ਦੀ ਤਪਸ਼ਿਆ, ਹਾੜ ਦੇ ਮਹੀਨੇ ਦੀ ਜਿਹੜੀ ਪੈ ਰਹੀ ਅੱਤ ਦਰਜੇ ਦੀ ਗਰਮੀ ਆ, ਇਹ ਪ੍ਰਭਾਵਿਤ ਹੀ ਉਹਨਾਂ ਨੂੰ ਕਰਦੀ ਆ ਜਿਨ੍ਹਾਂ ਕੋਲ ਸਾਈਂ ਦਾ ਨਾਮ ਨਹੀਂ ਹੁੰਦਾ। ਇਹਦਾ ਮਤਲਬ ਕਿ ਬਰੂਨੀ ਜਿਹੜੀ ਤਪਸ਼ ਪੈਂਦੀ ਆ ਉਹਦੇ ਵਿੱਚ ਵਾਹਿਗੁਰੂ ਦਾ ਨਾਮ ਠੰਡਕ ਵਰਤਾਉਣ ਵਾਲਾ ਆ। ਹੁਣੀ ਅਸੀਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਬਚਨ ਸਰਵਣ ਕੀਤੇ ਨੇ, ਤਪਤ ਮਹਿ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਤੇ ਇਹਦਾ ਮਤਲਬ ਕਿ ਤਪਸ਼ ਵਿੱਚ ਅੰਦਰ ਦੀ ਸਕੂਨ, ਅੰਦਰ ਦਾ ਟਿਕਾ, ਅੰਦਰ ਦੀ ਠੰਡਕ ਵਰਤਾਉਣ ਵਾਲਾ ਹੈ ਵਾਹਿਗੁਰੂ ਦਾ ਨਾਮ। ਤੇ ਕਿਤੇ ਅੱਤ ਦਰਜੇ ਦੀ ਪੈ ਰਹੀ ਗਰਮੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ, ਕੇਵਲ ਕਿਹਾ ਨਹੀਂ, ਉਸ ਨੂੰ ਕਮਾ ਕੇ ਵਿਖਾ ਦਿੱਤਾ। ਕਹਿ ਦੇਣਾ ਤੇ ਕਮਾ ਲੈਣਾ, ਇਹ ਦੋ ਚੀਜ਼ਾਂ ਹੁੰਦੀਆਂ ਨੇ। ਕਥਨੀ ਵਿੱਚ ਤੇ ਕਰਨੀ ਵਿੱਚ ਫਰਕ ਹੋਵੇ ਤੇ ਉਹਨਾਂ ਸ਼ਬਦਾਂ ਵਿੱਚ ਕੋਈ ਬਹੁਤਾ ਵਜਨ ਨਹੀਂ ਹੋਇਆ ਕਰਦਾ। ਤੇ ਸੱਚੇ ਪਾਤਸ਼ਾਹ ਜੀ ਨੇ ਜੇ ਕਿਹਾ ਵੀ ਹਾੜ ਦੇ ਮਹੀਨੇ ਦੀ ਤਪਸ ਉਹਨਾਂ ਨੂੰ ਪ੍ਰਭਾਵਿਤ ਕਰਦੀ ਆ ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਹੁੰਦਾ। ਤੇ ਵੇਖੋ ਹਾੜ ਜੇਠ ਦਾ ਮਹੀਨਾ ਆ ਤੇ ਗਰੀਬ ਨਵਾਜ ਤਤੀ ਤਵੀ ਤੇ ਚੌਂਕੜਾ ਲਾਉਂਦੇ ਨੇ, ਸੀਸ ਵਿੱਚ ਰੇਤਾ ਪੈਂਦਾ ਆ, ਕੋਈ ਪ੍ਰਵਾਹ ਨਹੀਂ, ਤਨ ਤਪਦਾ ਆ, ਅੰਦਰ ਵਾਹਿਗੁਰੂ ਦੇ ਨਾਮ ਦੀ ਰੰਗਤ ਆ, ਰੌਂ ਆ, ਠੰਡਕ ਆ। ਮੀਆਂ ਮੀਰ ਨੇ ਆਖਿਆ ਸੀ ਤੁਹਾਡਾ ਤਨ ਤਪਦਾ ਆ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿਆ ਹੁਆ? ਉਹ ਬਚਨ ਕਿਸੇ ਕਵੀ ਨੇ ਕਲਮਬੰਦ ਕੀਤੇ, ਕਹਿੰਦਾ ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਜੇ ਗਰਮੀ ਹੋਈ ਤੇ ਅੰਦਰ ਨੂੰ ਠੰਡ ਦੇਣ ਵਾਲਾ ਵਾਹਿਗੁਰੂ ਦਾ ਨਾਮ ਆ। ਤੇ ਜੇ ਮੌਸਮ ਦੇ ਮੁਤਾਬਕ ਤਬਦੀਲੀ ਹੋ ਗਈ, ਇੱਥੇ ਬਰਫ਼ ਪੈ ਗਈ, ਠੰਡ ਆ ਗਈ, ਤੇ ਗਰੀਬ ਨਵਾਜ ਕਹਿੰਦੇ ਇਹ ਜਿਹੜੀ ਮੌਸਮ ਦੀ ਠੰਡਕ ਤੇ ਬਰਫ਼ ਆ, ਇਹ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਦੇ ਨਾਮ ਨਾਲ ਜਿਨ੍ਹਾਂ ਦੀ ਸਾਂਝ ਪਈ ਹੋਈ ਹੈ। ਪੋਹ ਦੇ ਮਹੀਨੇ ਦਾ ਪਾਵਨ ਇਤਿਹਾਸ ਝਾਤ ਮਾਰੀਏ ਕਿ ਗੁਰਮੁਖੋ, ਜਿਹਨੂੰ ਆਪਾਂ ਠੰਡਾ ਬੁਰਜ ਕਹਿੰਦੇ ਆ, ਤੇ ਠੰਡੇ ਬੁਰਜ ਦਾ ਮਤਲਬ ਭਾਵ ਅਰਥ ਪਤਾ ਕੀ ਆ ਵੀ ਜਿੱਥੇ ਗਰਮੀਆਂ ਵਿੱਚ ਵੀ ਠੰਡਕ ਹੋਵੇ, ਸਰਦੀ ਵਿੱਚ ਤਾਂ ਕਿੰਨੀ ਕੁ ਠੰਡਕ ਹੋਵੇਗੀ। ਜਿਹਨੂੰ ਆਪਾਂ ਕਹਿੰਦੇ ਆ ਵੀ ਅੱਜ ਦੇ ਸਮੇਂ ਦਾ ਏਸੀ, ਇਹਨੂੰ ਸਮਝਣ ਲਈ ਅੱਜ ਦੇ ਸਮੇਂ ਦਾ ਏਸੀ ਲਾ ਕੇ ਬੰਦਾ ਜਿਹੜਾ ਆ ਗਰਮੀ ਵਿੱਚ ਮੌਸਮ ਵਿੱਚ ਕੂਲਿੰਗ ਜਿਹੜੀ ਆ ਉਹ ਮਹਿਸੂਸ ਕਰ ਲੈਂਦਾ ਹੈ। ਤੇ ਉਹਨਾਂ ਸਮਿਆਂ ਦਾ ਇੱਕ ਤਰੀਕਾ ਸੀ ਵੀ ਉਹ ਠੰਡਾ ਬੁਰਜ ਜਿਹੜਾ ਸੀ ਉਹ ਪਾਣੀ ਦੀ ਖਾਈ, ਚਾਰ ਚੁਫੇਰੇ ਪਾਣੀ ਭਰਿਆ ਹੋਣਾ, ਤੇ ਉਸ ਪਾਣੀ ਨਾਲ ਖਹਿ ਕੇ, ਪਾਣੀ ਨਾਲ ਛੂਹ ਕੇ ਜਿਹੜੀ ਹਵਾ ਆਉਂਦੀ ਸੀ ਉਸ ਬੁਰਜ ਵਿੱਚ, ਤੇ ਉਹ ਵਾਤਾਵਰਨ ਹੀ ਠੰਡਾ ਕਰ ਦਿੰਦੀ। ਉੱਥੇ ਦਾ ਮਾਹੌਲ ਬਹੁਤ ਠੰਡਾ ਸੀ, ਠੰਡਕ ਗਰਮੀਆਂ ਵਿੱਚ ਵੀ ਮਹਿਸੂਸ ਹੁੰਦੀ ਸੀ। ਤੇ ਗੁਰਮੁਖੋ, ਉਹ ਪੋਹ ਦਾ ਮਹੀਨਾ ਜਦੋਂ ਚੱਲਦਾ ਹੋਵੇਗਾ ਤੇ ਪੋਹ ਦੇ ਮਹੀਨੇ ਵਿੱਚ ਉਸ ਠੰਡੇ ਬੁਰਜ ਵਿੱਚ ਕਿੰਨੀ ਕੁ ਠੰਡਕ ਹੋਵੇਗੀ। ਤੇ ਉਸ ਠੰਡਕ ਦੇ ਵਿੱਚ ਅੱਜ ਬਹੁਤਾਤ ਵਿੱਚ ਆਪਾਂ ਕਹਿੰਦੇ ਤੇ ਸੁਣਦੇ ਹਾਂ ਵੀ ਇਹ ਜਿਹੜੀ ਠੰਡ ਆ ਨਾ, ਬਜ਼ੁਰਗਾਂ ਨੂੰ ਇਹ ਦੋ ਉਮਰਾਂ ਵਿੱਚ ਪ੍ਰਭਾਵਿਤ ਕਰਦੀ ਆ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਬਜ਼ੁਰਗਾਂ ਨੂੰ ਜਰਾ ਠੰਡ ਤੋਂ ਬਚਾ ਕੇ ਰੱਖਿਓ, ਵੀ ਜੇ ਇਸ ਉਮਰ ਵਿੱਚ ਠੰਡ ਲੱਗ ਗਈ ਬਜ਼ੁਰਗੀ ਵਿੱਚ, ਸਾਰਾ ਸਿਆਲ ਬਾਪੂ ਤੋਂ ਉੱਠਿਆ ਨਹੀਂ ਜਾਏਗਾ। ਤੇ ਦੂਸਰਾ ਆਪਾਂ ਕਹਿੰਦੇ ਹਾਂ ਵੀ ਬੱਚਿਆਂ ਨੂੰ ਸੰਭਾਲ ਕੇ ਰੱਖਿਓ, ਜਰਾ ਠੰਡ ਤੋਂ ਬਚਾ ਕੇ ਰੱਖਿਓ, ਵੀ ਬੱਚੇ ਨੂੰ ਠੰਡ ਲੱਗ ਗਈ ਤੇ ਫਿਰ ਬੱਚਾ ਸਾਰਾ ਸਿਆਲ ਢਿੱਲਾ ਰਹੇਗਾ। ਇਹਦਾ ਮਤਲਬ ਦੋ ਉਮਰਾਂ ਵਿੱਚ ਠੰਡ ਜ਼ਿਆਦਾ ਪ੍ਰਭਾਵਿਤ ਕਰਦੀ ਆ, ਬੱਚੇ ਨੂੰ ਤੇ ਬਜ਼ੁਰਗ ਨੂੰ। ਤੇ ਜਿਹੜਾ ਜਵਾਨ ਆ ਉਹਦੇ ਵਿੱਚ ਤਾਕਤ ਆ, ਉਹਦੇ ਵਿੱਚ ਐਨਰਜੀ ਆ, ਤੇ ਉਹ ਠੰਡ ਨੂੰ ਜਰ ਲੈਂਦਾ। ਤੇ ਗੁਰਮੁਖੋ, ਜਿਹੜਾ ਸਾਡਾ ਮਾਣ ਮੱਤਾ ਪਾਵਨ ਇਤਿਹਾਸ ਆ, ਇਹ ਪੋਹ ਦੇ ਮਹੀਨੇ ਵਿੱਚ
ਇਹ ਜਿਨ੍ਹਾਂ ਨੂੰ ਜ਼ਿਆਦੀ ਠੰਡ ਪ੍ਰਭਾਵਿਤ ਕਰਦੀ ਆ, ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਇੱਕ ਦੀ ਉਮਰ 9 ਸਾਲ ਦੀ ਹੈ, ਦੂਜੀ ਦੀ ਉਮਰ 7 ਸਾਲ ਦੀ ਹੈ, ਤੇ ਬਜ਼ੁਰਗ ਮਾਤਾ ਦੀ ਉਮਰ ਵਡੇਰੀ ਹੈ। ਦੋਨੇ ਹੀ ਉਹ ਉਮਰਾਂ ਨੇ ਜਿਨ੍ਹਾਂ ਨੂੰ ਜ਼ਿਆਦਾ ਠੰਡ ਪ੍ਰਭਾਵਿਤ ਕਰਦੀ ਆ। ਤੇ ਪੋਹ ਦੇ ਮਹੀਨੇ ਦਾ ਦੂਸਰਾ ਠੰਡਾ ਬੁਰਜ, ਤੇ ਕੀ ਉੱਥੇ ਕੋਈ ਬਸਤਰ ਸੀ? ਉੱਥੇ ਕੋਈ ਕੱਪੜਾ ਸੀਗਾ? ਥੱਲੇ ਵਿਛਾਉਣ ਦੇ ਵਾਸਤੇ ਕੋਈ ਵਿਛਾਉਣਾ ਨਹੀਂ, ਠੰਡ ਤੋਂ ਬਚਣ ਵਾਸਤੇ ਉੱਪਰ ਲੈਣ ਨੂੰ ਕੋਈ ਕੱਪੜਾ ਨਹੀਂ। ਮਤਲਬ ਭਾਵ ਕਿ ਅੰਦਰ ਸਾਈਂ ਦਾ ਨਾਮ ਆ, ਤੇ ਵਾਹਿਗੁਰੂ ਦੇ ਨਾਮ ਦੀ એનર્ਜੀ ਜਿਹੜੀ ਤਾਕਤ ਆ, ਉਹਦੇ ਜ਼ਰੀਏ ਉਹ ਜਿਹੜੀ ਪੋਹ ਦੇ ਮਹੀਨੇ ਦਾ ਕਕਰੀਲਾਪਣ ਆ, ਪੋਹ ਦੇ ਮਹੀਨੇ ਦੀ ਜਿਹੜੀ ਹਾਡਾਂ ਨੂੰ ਚੀਰਵੀਂ ਠੰਡ ਆ, ਉਹ ਪ੍ਰਭਾਵਿਤ ਨਹੀਂ ਕਰ ਰਹੀ। ਔਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਤੇ ਕਿਤੇ ਗੁਰਮੁਖੋ ਕਲਗੀਧਰ ਪਿਤਾ ਬਚਿੱਤਰ ਨਾਟਕ ਵਿੱਚ ਉਹਨਾਂ ਦੇ ਜੀਵਨ ਦੀ ਆਪਾਂ ਕਥਾ ਪੜ੍ਹਦੇ ਹਾਂ, ਤੇ ਉੱਥੇ ਬਚਨ ਆਉਂਦੇ ਨੇ ਵੀ ਹੇਮਕੁੰਟ ਪਰਬਤ ਹੈ ਜਹਾਂ। ਹੇਮ ਨਾਮ ਜੀ ਬਰਫ਼ ਦਾ ਆ, ਬਰਫ਼ ਦੇ ਪਹਾੜ ਨੇ ਉਹ। ਹੇਮਕੁੰਟ ਪਰਬਤ ਹੈ ਜਹਾਂ, ਸਾਪਤ ਸ੍ਰਿੰਗ ਸੋਭਤ ਹੈ ਤਹਾਂ, ਤਹ ਹਮ ਅਦਕ ਤਪੱਸਿਆ ਸਾਧੀ। ਕੀ ਆਪਾਂ ਬਰਫ਼ 'ਚ ਬਹਿ ਸਕਦੇ ਹਾਂ? ਬਰਫ਼ ਦੇ ਪਰਬਤ ਵਿੱਚ ਚੌਂਕੜਾ ਲਾ ਕੇ ਬੈਠ ਜਾਣਾ ਕੀ ਸੀ ਕੋਲ? ਉਹ ਗਰਮੀ ਕਿੱਥੋਂ ਆਈ ਸੀ? ਉਹ એનર્ਜੀ, ਉਹ ਤਾਕਤ ਕਿੱਥੋਂ ਆਈ ਸੀ? ਉਹਨੂੰ ਹਜ਼ੂਰ ਨੇ ਆਪੇ ਹੀ ਆਪਣੇ ਬੋਲਾਂ ਵਿੱਚ ਬਿਆਨ ਕਰ ਦਿੱਤਾ। ਚੁਭੀ ਰਹੀ ਸੁਰਤ ਪ੍ਰਭ ਚਰਨਾਂ ਮਹਿ। ਉਹ ਚੁਭੀ ਹੋਈ ਸੁਰਤ ਸੀ ਵਾਹਿਗੁਰੂ ਦੇ ਚਰਨਾਂ ਵਿੱਚ, ਤੇ ਉਹ ਚੁਭੀ ਹੋਈ ਸੁਰਤ ਸਦਕਾ ਬਰਫੀਲੇ ਪਹਾੜ ਵੀ ਠੰਡੇ ਨਹੀਂ ਲੱਗਦੇ ਸੀ। ਹਜ਼ੂਰ ਕਹਿੰਦੇ ਨੇ ਪੋਹ ਦੇ ਮਹੀਨੇ ਦਾ ਕਕਰੀਲਾਪਣ, ਪੋਹ ਦੇ ਮਹੀਨੇ ਦੀ ਠੰਡਕ ਉਹਨਾਂ ਦੇ ਕਦਮਾਂ ਨੂੰ ਧੀਮੇ ਪਾ ਦਿੰਦੀ ਆ ਜਿਨ੍ਹਾਂ ਕੋਲ ਰੱਬ ਦੀ ਯਾਦ ਨਹੀਂ। ਵਿਦਵਾਨ ਸੱਜਣਾ ਨੇ ਇਹਦਾ ਥੋੜ੍ਹਾ ਹੋਰ ਗਹਿਰਾ ਅਰਥ ਵੀ ਕੀਤਾ ਆ। ਆਪਾਂ ਥੋੜ੍ਹਾ ਕੁ ਇਸ਼ਾਰੇ ਮਾਤਰੋਂ ਆਪ ਜੀ ਦੇ ਮੈਂ ਸਨਮੁਖ ਰੱਖਾਂ। ਦੂਸਰਾ ਕੀ ਆ ਜੀ, ਇਹ ਤੁਖਾਰ ਨਾਮ ਬਰਫ਼ ਦਾ ਹੁੰਦਾ ਆ, ਤੇ ਬਰਫ਼ ਮਤਲਬ ਜੜਤਾ ਦੀ ਬਰਫ਼ ਵੀ ਹੁੰਦੀ, ਸਰੀਰ ਸੁੰਨ ਹੋ ਜਾਣਾ, ਜੜ ਹੋ ਜਾਣਾ। ਤੇ ਜਦੋਂ ਸਿੱਖ ਕੌਮ ਦਾ ਗੌਰਵ ਮੱਤਾ, ਮਾਣ ਮੱਤਾ ਇਤਿਹਾਸ ਆਪਾਂ ਪੜ੍ਹਦੇ ਹਾਂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਆ ਰਹੀ ਹੈ, ਤੇ ਗੁਰਮੁਖੋ ਸਿੱਖ ਦੇ ਸਿਰ ਤੇ ਆਰਾ ਰੱਖਿਆ ਜਾਂਦਾ ਹੈ। ਆਰਾ ਚੱਲਦਾ ਹੈ, ਤਨ ਚੀਰਿਆ ਜਾਂਦਾ ਹੈ, ਤਨ ਦੇ 2 ਫਾੜ ਹੋ ਜਾਂਦੇ ਨੇ, ਤੇ ਜੜਤਾ ਰੂਪੀ ਬਰਫ਼ ਨਹੀਂ, ਬੇਹੋਸ਼ੀ ਨਹੀਂ। ਤਨ ਦੇ 2 ਫਾੜਾਂ ਵਿੱਚੋਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਵਾਜ਼ ਗੂੰਜ ਰਹੀ ਹੈ। ਇਹ ਗੱਲ ਮੈਂ ਆਪਣੀ ਸੂਝ-ਬੂਝ ਜਾਂ ਆਪਣੇ ਤਜਰਬੇ ਨਾਲ ਨਹੀਂ ਕਹਿੰਦਾ, ਇਤਿਹਾਸਕ ਪਾਵਨ ਬਚਨ ਨੇ ਮੈਂ ਆਪ ਜੀ ਦੇ ਸਨਮੁਖ ਕਰਦੇ ਹਾਂ। ਕਹਿੰਦੇ ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥੀ ਪੈ ਹੋਏ 2 ਫਾਰਾ, ਦੋਨੇ ਤਨ ਤੇ ਜਪਜੀ ਪੜੈ, ਹੇਰਤ ਸਭ ਕੋ ਅਚਰਜ ਬੜੈ। ਅੱਧਾ ਅੱਧਾ ਪਾੜ ਕੇ ਸਰੀਰ 2 ਫਾੜ ਹੋ ਕੇ ਪ੍ਰਿਥਵੀ ਤੇ ਡਿੱਗਿਆ, ਤੇ ਧਰਤੀ ਤੇ ਡਿੱਗੇ ਹੋਏ 2 ਫਾੜਾਂ ਵਿੱਚੋਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਵਾਜ਼ ਇੱਦਾਂ ਆਉਂਦੀ ਪਈ ਹੈ ਜਿਵੇਂ 2 ਗ੍ਰੰਥੀ ਸਿੰਘ ਮਿਲ ਕੇ ਭੋਗ ਪਾ ਰਹੇ ਨੇ। ਤੇ ਗੁਰਮੁਖੇ ਉੱਥੇ ਜੜਤਾ ਕਿੱਥੇ ਸੀ? ਉੱਥੇ ਬੇਹੋਸ਼ੀ ਕਿੱਥੇ ਸੀ? ਅੱਜ ਸਾਡੇ ਥੋੜ੍ਹੀ ਜਿਹੀ ਸੱਟ ਵੱਜ ਜਾਏ ਤੇ ਕਈ ਵਾਰੀ ਬੰਦਾ ਕੋਮਾ ਵਿੱਚ ਚਲਿਆ ਜਾਂਦਾ। ਆਪਾਂ ਦੇਖਦੇ ਹਾਂ ਥੋੜ੍ਹੀ ਜਿਹੀ ਗਹਿਰੀ ਚੋਟ ਆ ਗਈ ਤੇ ਬੰਦਾ ਬੇਹੋਸ਼ ਹੋ ਗਿਆ, ਕਿੰਨੇ ਦਿਨ ਉਹਨੂੰ ਸੁਰਤ ਹੀ ਨਹੀਂ ਆਉਂਦੀ। ਸਰੀਰ 2 ਫਾੜ ਹੋ ਜਾਂਦਾ ਆ ਤੇ ਜੜਤਾ ਨਹੀਂ ਆਉਂਦੀ। ਇਤਿਹਾਸਕਾਰ ਤੇ ਵੀ ਕਹਿੰਦੇ ਨੇ ਵੀ ਬਾਬੇ ਮਨੀ ਸਿੰਘ ਦੇ ਬੰਦ ਕੱਟੇ ਜਾਂਦੇ ਨੇ, ਸਰੀਰ ਦੇ ਪੋਟੇ ਤੋਂ ਨਿੱਕੇ ਨਿੱਕੇ ਟੁਕੜੇ ਕੀਤੇ ਜਾ ਰਹੇ ਨੇ, ਤੇ ਉਹਨਾਂ ਟੁਕੜਿਆਂ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਵਾਜ਼ ਆ ਰਹੀ ਹੈ, ਜਿਵੇਂ ਕਿੰਨੀਆਂ ਸੰਗਤਾਂ ਮਿਲ ਕੇ ਗੁਰਬਾਣੀ ਪੜ੍ਹ ਰਹੀਆਂ ਹੋਣ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ।
ਤੇ ਭਾਈ ਦਿਆਲਾ ਨੇ ਜਦੋਂ ਉਬਲਦੀ ਦੇਗ ਵਿੱਚ ਚੌਂਕੜਾ ਲਾਇਆ ਹੋਇਆ, ਅੱਜ ਥੋੜਾ ਜਿਹਾ ਬਹੁਤ ਪਾਣੀ ਉਬਲਦਾ ਹੋਇਆ ਪਾਣੀ ਹੋਵੇ ਤੇ ਬੰਦਾ ਤੇ ਚੰਦ ਮਿੰਟਾਂ ਵਿੱਚ ਖਤਮ ਹੋ ਜਾਏਗਾ, ਕਹਾਣੀ ਖਤਮ ਹੋ ਜਾਏਗੀ। ਪਰ ਉਬਲਦੀ ਹੋਈ ਦੇਗ ਵਿੱਚ ਲੱਗਾ ਹੋਇਆ ਚੌਂਕੜਾ ਤੇ ਰਸਨਾ ਤੇ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ, ਕੀ ਗੁਰਮੁਖੋ ਇਹ ਕਰ ਲੈਣਾ ਕਿਤੇ ਸੌਖੀ ਜਿਹੀ ਬਾਤ ਹੈ। ਗਰਮ ਪਾਣੀ ਵਿੱਚ ਬੈਠ ਕੇ ਤੇ ਬੰਦੇ ਕੋਲੋਂ ਸਾਹ ਲੈਣਾ ਔਖਾ ਹੋ ਜਾਂਦਾ, ਉਸੇ ਵੇਲੇ ਹਾਏ ਆਖੇਗਾ। ਲੇਕਿਨ ਲੱਗਾ ਹੋਇਆ ਚੌਂਕੜਾ ਦੇਗ ਵਿੱਚ ਤੇ ਉੱਥੇ ਜੜਤਾ ਨਹੀਂ, ਉੱਥੇ ਬੇਹੋਸ਼ੀ ਨਹੀਂ, ਉੱਥੇ ਲੱਗੇ ਹੋਏ ਚੌਂਕੜੇ ਦੇਗ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ, ਚੇਤਿਆ ਦੁਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਦੇਗ ਵਿੱਚੋਂ ਆਵਾਜ਼ ਆਉਂਦੀ ਹੈ। ਇਸੇ ਤਰੀਕੇ ਨਾਲ ਗੁਰਮੁਖੋ ਦੁਨੀਆ ਤੇ ਬੜੀਆਂ ਮਾਰਸਲ ਕੌਮਾਂ ਹੋਈਆਂ, ਦੁਨੀਆ ਦੇ ਇਤਿਹਾਸ ਤੇ ਬੜੀਆਂ, ਇੱਕ ਮਰਹੱਟਿਆਂ ਦੀ ਕੌਮ, ਮਰਹੱਟੇ ਜਿਨ੍ਹਾਂ ਦਾ ਇਤਿਹਾਸਕਾਰਾਂ ਨੇ ਕਈਆਂ ਨੇ ਵਿਆਖਿਆ ਕੀਤੀ ਹੈ ਜੀ, ਮਰਹੱਟੇ ਬੜੇ ਮਾਰਸਲ ਸੀ। ਤੇ ਮਰਹੱਟੇ ਉਹਨਾਂ ਦਾ ਨਾਂ ਹੀ ਤਾਂ ਪਿਆ ਸੀ ਵੀ ਇਹ ਮੈਦਾਨੇ ਜੰਗ ਵਿੱਚੋਂ ਹਟਦੇ ਨਹੀਂ, ਮਰਹੱਟੇ ਮਰ ਕੇ ਹੀ ਹਟਣਗੇ, ਉਹਨਾਂ ਚਿਰ ਪਿੱਛੇ ਨਹੀਂ ਹੁੰਦੇ ਇਹ। ਤੇ ਗੁਰਮੁਖੋ ਜਿਨ੍ਹਾਂ ਨੇ ਕਲਗੀਧਰ ਦੇ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ ਸੀ, ਉਹਨਾਂ ਨੇ ਇਹਦੋਂ ਅੱਗੇ ਦਾ ਇਤਿਹਾਸ ਸਿਰਜ ਦਿੱਤਾ। ਕਹਿਣ ਲੱਗੇ ਤੁਸੀਂ ਤੇ ਮਰ ਕੇ ਹਟੇ ਜੇ, ਇੱਥੇ ਕਲਗੀਧਰ ਦਾ ਪੁੱਤਰ ਮਰ ਕੇ ਵੀ ਨਹੀਂ ਜੇ ਹਟਦਾ। ਬਾਬੇ ਦੀਪ ਸਿੰਘ ਜੀ ਦਾ ਸਿਰ ਧੜ ਨਾਲੋਂ ਯੋਧਾ ਹੋ ਜਾਂਦਾ ਹੈ ਤੇ ਲੱਥੇ ਹੋਏ ਸਿਰ ਤੋਂ ਟਿਕਾ ਕੇ ਤਲੀ ਤੇ 18 ਸ਼ੇਰ ਦਾ ਚੁੱਕ ਕੇ ਖੰਡਾ। ਤੇ ਗੁਰਮੁਖ ਹੋਏ 8 ਮੀਲ ਦੀ ਦੂਰੀ ਦਾ ਰਸਤਾ ਹੈ। ਕਲਗੀਧਰ ਦੇ ਪੁੱਤ ਨੇ ਦੱਸ ਦਿੱਤਾ ਵੀ ਤੁਹਾਨੂੰ ਤੇ ਲੋਕ ਮਰਹੱਟੇ ਕਹਿੰਦੇ ਨੇ, ਤੁਸੀਂ ਮਰ ਕੇ ਹਟ ਜਾਂਦੇ ਹੋ, ਪਰ ਜੇ ਗੁਰੂ ਚਰਨਾਂ ਵਿੱਚ ਲਿਵ ਲੱਗੀ ਹੋਵੇ ਤੇ ਗੁਰੂ ਕਾ ਮਰ ਜੀਵਰਾ ਮਰ ਕੇ ਵੀ ਨਹੀਂ ਜੇ ਹਟਦਾ ਮੈਦਾਨੇ ਜੰਗ ਤੋਂ। ਕਿੱਥੇ ਜੜਤਾ ਸੀ? ਓਖ ਤੁਖਾਰ ਨਾ ਵਿਆਪਈ। ਤੁਖਾਰ ਮਤਲਬ ਬਰਫ, ਬਰਫ ਮਤਲਬ ਜੜਤਾ, ਜੜਤਾ ਮਤਲਬ ਬੇਹੋਸ਼ੀ। ਬੇਹੋਸ਼ੀ ਆ ਜਾਂਦੀ ਆ ਜੀ। ਦੇਖੋ ਕਿਸੇ ਦੇ ਚੋਟ ਵੱਜ ਜਾਏ ਨਾ, ਕੋਈ ਗਹਿਰੀ ਚੋਟ ਲੱਗ ਜਾਏ, ਬੇਹੋਸ਼ੀ ਆ ਗਈ, ਮਤਲਬ ਕਈ ਅੱਜ ਕਹਿਣਗੇ ਜੀ ਜਿਹੜਾ ਇਹ ਧਰਮ ਆ, ਧਰਮ ਦੀ ਵਿਆਖਿਆ ਤਾਂ ਸਾਇੰਸ ਨੇ ਕੀਤੀ ਹੈ। ਉਹ ਮੈਂ ਕਹਿੰਦਾ ਸਾਇੰਸ ਉੱਥੋਂ ਤੱਕ ਜਾਂਦੀ ਨਹੀਂ। ਸਾਇੰਸ ਦੀ ਪਕੜ ਵਿੱਚੋਂ ਬਾਹਰ ਦੀਆਂ ਗੱਲਾਂ ਨੇ। ਇੱਥੇ ਤਾਂ ਮਰ ਜੀਵੜਾ ਚੌਂਕੜਾ ਲਾ ਲੈਂਦਾ, ਖੋਪਰਾ ਲੱਥਿਆ ਹੁੰਦਾ ਤੇ 21 ਦਿਨ ਚੌਂਕੜਾ ਲਾ ਕੇ ਗੁਰੂ ਗੁਰੂ ਕਰੀ ਜਾਂਦਾ। ਕੀ ਮੈਡੀਕਲ ਸਾਇੰਸ ਵਿਆਖਿਆ ਕਰੇਗੀ? ਮੈਡੀਕਲ ਸਾਇੰਸ ਨੂੰ ਪੁੱਛ ਲਿਓ, ਉਹਨਾਂ ਨੇ ਕਹਿਣਾ ਬੰਦੇ ਦਾ ਲੱਤ ਜਾਂ ਬਾਂਹ ਕੱਟੀ ਜਾਵੇ, ਕੋਈ ਲਗਾਤਾਰ ਖੂਨ ਨੁੱਚੜਦਾ ਰਹੇ ਤੇ ਕਹਾਣੀ ਖਤਮ ਆ, ਨਹੀਂ ਬਹਿ ਸਕਦਾ। ਮੈਡੀਕਲ ਸਾਇੰਸ ਨੇ ਨਹੀਂ ਮੰਨਣਾ ਵੀ ਲੱਥੇ ਹੋਏ ਖੋਪੜੇ ਤੋਂ ਬੈਠ ਜਾਂਦਾ ਆ। ਇੱਥੇ ਨਵੇਕਲਾਪਨ ਆ, ਇੱਥੇ ਨਿਰਾਲਾਪਨ ਆ, ਇੱਥੇ ਚੁਭੀ ਹੋਈ ਸੁਰਤ ਦੀਆਂ ਗੱਲਾਂ ਨੇ। ਲੱਥੇ ਹੋਏ ਖੋਪੜੇ ਤੋਂ 21 ਦਿਨ ਚੌਂਕੜਾ ਲੱਗਿਆ ਰਹਿੰਦਾ ਹੈ, ਗੁਰੂ ਗੁਰੂ ਪੁਕਾਰਦਾ ਰਹਿੰਦਾ ਹੈ ਕਲਗੀਧਰ ਦਾ ਪੁੱਤਰ। ਤੇ ਜਦੋਂ 22 ਦਿਨ ਚੜ੍ਹਦਾ ਆ, ਦੁਸ਼ਟ ਜਕਰੀਏ ਨੂੰ ਜੁੱਤੀ ਦੇ ਮੂਹਰੇ ਲਾ ਕੇ ਨਰਕਾਂ 'ਚ ਸੁੱਟ ਕੇ ਫਿਰ ਸਰੀਰ ਨੂੰ ਸ਼ਾਂਤ ਕਰਦਾ। ਓਖ ਤੁਖਾਰ ਨਾ ਵਿਆਪਈ। ਨਹੀਂ ਜੜਤਾ ਵਿਆਪਣਾ ਕਰਦੀ, ਕਿਹਨਾਂ ਨੂੰ ਨਹੀਂ ਵਿਆਪਦੀ? ਕੰਠ ਮਿਲਿਆ ਹਰਨਾਹ, ਜਿਨ੍ਹਾਂ ਦੇ ਗਲੇ ਵਿੱਚ ਉਹ ਸਾਈਂ ਮਿਲਿਆ, ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰੀਤੀ ਪਿਆਰ ਵਾਹਿਗੁਰੂ ਦਾ ਨਸੀਬ ਹੋ ਗਿਆ, ਪ੍ਰਾਪਤ ਹੋ ਗਿਆ ਜੀ। ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਨਾਹ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੁ। ਮਨ ਜਿਹੜਾ ਆ ਉਹਦੇ ਵਿੱਚ ਇੱਕ ਤੀਰ ਲੱਗ ਗਿਆ ਹੈ। ਅਣਿਆਲੇ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਅਣੀਆਂ ਭਾਵ ਤੀਰ ਹੁੰਦੇ ਨੇ ਤੇ ਅਣਿਆਲੇ ਭਾਵ ਅਨੋਖੇ ਜਿਹੇ ਤੀਰ ਵੱਜੇ ਨੇ। ਅਨੋਖੇ ਜਿਹੇ ਤੀਰਾਂ ਦੇ ਨਾਲ ਇਹ ਮਨ ਬਿੰਨਿਆ ਗਿਆ।
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਾ ਕਰੇਜੇ ਛੇਕ। ਕਹਿਣ ਲੱਗੇ ਉਹਨਾਂ ਦਾ ਮਨ ਵਿੰਨਿਆ ਗਿਆ। ਜਦੋਂ ਕਿਸੇ ਚੀਜ਼ ਨੂੰ ਵਿੰਨਣਾ ਹੋਵੇ ਨਾ, ਮਤਲਬ ਉਹਦੇ ਵਿੱਚੋਂ ਦੀ ਸੂਈ ਤਾਂ ਲੰਘੇਗੀ ਨਾ, ਤੇ ਅਸੀਂ ਤਾਂ ਲਗਾਉਂਦੇ ਹੀ ਨਹੀਂ। ਅਸੀਂ ਕਿਤੇ ਗੁਰੂ ਕੇ ਉਪਦੇਸ਼ ਨੂੰ ਆਪਣੇ ਮਨ ਵਿੱਚੋਂ ਲੰਘਾਇਆ ਆ? ਗੁਰੂ ਕਾ ਉਪਦੇਸ਼ ਮਨ ਦੇ ਉੱਪਰੋਂ ਦੀ ਲੰਘ ਜਾਂਦਾ। ਜਰਾ ਕੁ ਗੁਰੂ ਘਰ ਬੈਠੇ ਮਨ ਝੁਕ ਗਿਆ, ਤੇ ਜਦੋਂ ਉੱਠ ਕੇ ਬਾਹਰ ਚਲੇ ਗਏ, ਜਦੋਂ ਸੋਫਾ ਸੈੱਟ ਆ ਤੇ ਉੱਪਰ ਬਹਿਨੇ, ਸੋਫਾ ਸੈੱਟ ਝੁਕ ਗਿਆ, ਜਦੋਂ ਉੱਠੇ ਉੱਥੇ ਦਾ ਉੱਥੇ ਹੀ। ਮਤਲਬ ਸਾਡੇ ਮਨ ਦੀ ਹਾਲਤ ਇਹ ਆ। ਤੇ ਗੁਰਮੁਖੋ ਅਸਲ ਵਿੱਚ ਇਹ ਮਨ ਨੂੰ ਵਿੰਨਣਾ ਸੀਗਾ। ਵਿੰਨਣਾ ਕਿੱਦਾਂ ਸੀ ਜੀ? ਸੂਈਨੇ ਕੀ ਸੂਈ ਰੁਪਏ ਕਾ ਧਾਗਾ। ਵਿੰਨਿਆ ਜਾਣਾ ਸੀ ਸੋਨੇ ਦੀ ਸੂਈ ਨਾਲ, ਤੇ ਧਾਗਾ ਕੋਈ ਆਮ ਸੂਤ ਦਾ ਨਹੀਂ। ਕਹਿਣ ਲੱਗੇ ਉਹ ਚਾਂਦੀ ਦਾ ਧਾਗਾ ਜੇ। ਸੋਇਨੇ ਕੀ ਸੂਈ, ਸੋਇਨੇ ਦੀ ਸੂਈ ਕਿਹੜੀ ਆ? ਗੁਰੂ ਕਾ ਉਪਦੇਸ਼। ਗੁਰੂ ਦਾ ਉਪਦੇਸ਼ ਜਿਹੜਾ ਆ ਸੋਇਨੇ ਦੀ ਸੂਈ ਆ। ਤੇ ਰੁਪਏ ਕਾ ਧਾਗਾ ਕਿਹੜਾ ਆ? ਸਾਡੀ ਜਿਹੜੀ ਸੁਰਤ ਆ, ਉਹ ਕਿਤੇ ਗੁਰੂ ਕੇ ਉਪਦੇਸ਼ ਨਾਲ। ਕਿਉਂ? ਧਾਗਾ ਪਿੱਛੇ ਜਾਂਦਾ ਹੁੰਦਾ ਆ, ਸੂਈ ਅੱਗੇ ਹੁੰਦੀ ਆ। ਗੁਰੂ ਕਾ ਉਪਦੇਸ਼ ਅੱਗੇ ਹੋਵੇ ਤੇ ਸਾਡੀ ਸੁਰਤ ਉਹਦੇ ਵਿੱਚ ਓਤ ਪੋਤ ਹੋਵੇ, ਸੁਰਤ ਦਾ ਧਾਗਾ ਪਿੱਛੇ ਹੋਵੇ। ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰਿ ਸੋ ਲਾਗਾ। ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਇਦਾਂ ਦਾ ਪਿਆਰ ਹੋਣਾ ਚਾਹੀਦਾ। ਤੇ ਗਰੀਬ ਨਵਾਜ ਕਹਿੰਦੇ ਨੇ ਮਨ ਬੇਧਿਆ, ਮਨ ਵਿੰਨਿਆ ਗਿਆ। ਗੁਰਮੁਖੋ ਮਨ ਵਿੱਚ ਵਿੰਨਣ ਲਈ ਛੇਕ ਦੀ ਜ਼ਰੂਰਤ ਆ। ਗੁਰੂ ਕਾ ਉਪਦੇਸ਼ ਜਿਹੜਾ ਆ ਨਾ, ਜਦੋਂ ਮਨ ਵਿੱਚ ਲੱਗ ਜਾਏਗਾ ਤੇ ਉਦੋਂ ਇੱਕ ਛੇਕ ਪੈ ਜਾਏਗਾ। ਕਿਸੇ ਕਵੀ ਨੇ ਬੜੇ ਪਿਆਰ ਵਿੱਚ 2 ਸਤਰਾਂ ਲਿਖੀਆਂ। ਕਹਿਣ ਲੱਗਾ, ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਝ ਨਹੀਂ ਰੋਏ ਜਾਂਦੇ। ਦਰਦਾਂ ਬਾਝ ਨਾ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਝ ਨਾ ਮੋਤੀ ਪਰੋਏ ਜਾਂਦੇ। ਜੇ ਅੰਦਰ ਹੁਲਾਸਨਾ ਨਾ ਹੋਵੇ, ਅੰਦਰ ਚਾਅ ਨਾ ਚੜ੍ਹਿਆ ਹੋਵੇ, ਤੇ ਕਈ ਵਾਰੀ ਆਪਾਂ ਗੁਰੂ ਕੇ ਇੱਥੋਂ ਸਪੀਕਰ ਦੀ ਆਵਾਜ਼ ਸੁਣਦੇ ਹੀ ਹਾਂ। ਅੰਮ੍ਰਿਤ ਵੇਲਾ ਹੋਇਆ, ਗੁਰੂ ਕੇ ਗ੍ਰੰਥੀ ਸਿੰਘ ਨੇ ਕਿਹਾ ਵੀ ਭਾਈ ਅੰਮ੍ਰਿਤ ਵੇਲਾ ਉੱਠੋ, ਗੁਰਬਾਣੀ ਦੀ ਸ਼ੁਰੂਆਤ ਹੋ ਗਈ। ਪਹਿਲਾਂ ਤੇ ਗ੍ਰੰਥੀ ਸਿੰਘ ਨੇ ਆਵਾਜ਼ ਦਿੱਤੀ, ਤੇ ਜੇ ਗੁਰਬਾਣੀ ਦੀ ਸ਼ੁਰੂਆਤ ਹੋਈ ਤੇ ਮੇਰੇ ਪਾਤਸ਼ਾਹ ਨੇ ਆਵਾਜ਼ ਮਾਰੀ। ਕਹਿਣ ਲੱਗੇ ਅਜੇ ਵੀ ਨਹੀਂ ਉੱਠਿਆ, ਤੇ ਆਵਾਜ਼ ਦੇ ਕੇ ਕਹਿਣ ਲੱਗੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਜਿਨ੍ਹਾਂ ਦੀ ਬਦਕਿਸਮਤੀ ਸੀ, ਉਹਨਾਂ ਨੇ ਆਵਾਜ਼ ਸੁਣੀ ਤੇ ਰਜਾਈ ਨੂੰ ਜਰਾ ਹੋਰ ਘੁੱਟ ਲਿਆ। ਤੇ ਕਈਆਂ ਨੇ ਇਹ ਵੀ ਕਹਿ ਦਿੱਤਾ ਜੀ ਸੌਣ ਦਾ ਸਮਾਂ, ਕਿੱਥੇ ਸਪੀਕਰ ਲੱਗ ਗਿਆ। ਰਜਾਈ ਨੂੰ ਜਰਾ ਹੋਰ ਘੁੱਟ ਲਿਆ। ਕਿਉਂ ਨਹੀਂ ਜਾਗਿਆ? ਕਿਉਂ ਨਹੀਂ ਉੱਠਿਆ? ਕਿਉਂ ਨਹੀਂ ਗੁਰੂ ਕੇ ਗੁਰਬਾਣੀ ਨੂੰ ਸੁਣ ਕੇ ਕਿਉਂ ਨਹੀਂ ਤੁਰਿਆ ਗੁਰੂ ਘਰ ਵੱਲ? ਗਰੀਬ ਨਵਾਜ ਕਹਿੰਦੇ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਅੰਦਰ ਚਾਹ ਨਹੀਂ ਨਾ, ਜਿੰਨਾ ਚਿਰ ਚਾਹ ਨਾ ਹੋਵੇ, ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਝ ਨਹੀਂ ਰੋਏ ਜਾਂਦੇ। ਤੇ ਫਿਰ ਕਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਚਾਹ ਬਣ ਗਿਆ ਨਾ, ਸੱਚ ਜਾਣਿਓ ਉਹਨਾਂ ਦਾ ਮਨ ਵਿੰਨਿਆ ਹੀ ਗਿਆ। ਮਨ ਬੇਧਿਆ ਚਰਨਾਰ ਬਿੰਦ। ਚਰਨਾਰ ਮਤਲਬ ਚਰਨ, ਤੇ ਬਿੰਦ, ਬਿੰਦ ਦਾ ਮਤਲਬ ਕਿ ਕਮਲ ਦੇ ਫੁੱਲਾਂ ਵਰਗੇ ਨੇ ਜਿਹੜੇ ਚਰਨ। ਇਹ ਚਰਨ ਕਮਲ ਦੇ ਫੁੱਲਾਂ ਵਰਗੇ ਨੇ। ਤੇ ਕਮਲ ਦੇ ਫੁੱਲ ਦਾ ਪ੍ਰਤੀਕ ਕਿਉਂ ਲਿਆ ਜੀ? ਕਮਲ ਦਾ ਫੁੱਲ ਅਤ ਦਰਜੇ ਦਾ ਕੋਮਲ ਹੁੰਦਾ ਆ, ਤੇ ਕਮਲ ਦੇ ਫੁੱਲ ਵਿੱਚ ਅਤ ਦਰਜੇ ਦੀ ਮਹਿਕ ਹੁੰਦੀ ਆ। ਤੇ ਜਿਹੜੇ ਗੁਰੂ ਕੇ ਚਰਨ ਨੇ ਨਾ, ਇਹ ਕੋਈ ਕਠੋਰ ਵੀ ਨਹੀਂ। ਗੁਰੂ ਕੇ ਚਰਨ ਕੋਈ ਠੋਸ ਨਹੀਂ। ਸੱਚੇ ਪਾਤਸ਼ਾਹ ਜੀ ਦੇ ਚਰਨ ਬੜੇ ਕੋਮਲ ਨੇ, ਤੇ ਕੋਮਲਤਾ ਹੀ ਇਕੱਲੀ ਨਹੀਂ, ਭਗਤੀ ਦੀਆਂ ਮਹਿਕਾਂ ਉੱਠਦੀਆਂ ਨੇ। ਇੱਥੇ ਮਹਿਕ ਵੀ ਆ ਤੇ ਕੋਮਲਤਾਈ ਵੀ ਆ। ਤੇ ਕਈ ਕਹਿਣਗੇ ਜੀ ਚਰਨ ਤਾਂ ਦੇਹਧਾਰੀ ਬਾਬੇ ਦੇ ਹੁੰਦੇ, ਤੁਹਾਡੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੱਥੇ ਚਰਨ ਨੇ? ਬਹੁਤਿਆਂ ਦੀ ਢੁੱਚਰ ਹੁੰਦੀ ਆ। ਤੇ ਗੁਰਮੁਖੋ ਅਸੀਂ
ਰੋਜ਼ਾਨਾ ਪੜ੍ਹਦੇ ਹਾਂ ਪਾਵਨ ਬਾਣੀ ਵਿੱਚ, ਗੁਰ ਕੇ ਚਰਨ ਹਿਰਦੈ ਧਿਆਏ। ਗੁਰੂ ਦੇ ਚਰਨ ਕਿਹੜੇ ਨੇ? ਜਿਹੜਾ ਹਿਰਦੇ ਵਿੱਚ ਯਾਦ ਆ, ਹਿਰਦੇ ਵਿੱਚ ਵਾਹਿਗੁਰੂ ਮੰਤਰ ਵਸਿਆ, ਹਿਰਦੇ ਵਿੱਚ ਗੁਰ ਮੰਤਰ ਵਸਿਆ। ਗੁਰੂ ਕੇ ਚਰਨ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮੈ ਸੰਭਾਲੇ। ਤੇ ਕਿਤੇ ਮੇਰੇ ਪਾਤਸ਼ਾਹ ਨੇ ਵੀ ਬਚਨ ਕੀਤਾ, ਚਿੱਤ ਚਰਨ ਨਾਮ। ਵਾਹਿਗੁਰੂ ਦਾ ਨਾਮ ਜਿਹੜਾ ਆ, ਇਹ ਚਿੱਤ ਵਿੱਚ ਚਰਨ ਵਸਣੇ ਨੇ। ਮਨ ਵਿਧਿਆ ਚਰਨਾਰ ਬਿੰਦ, ਜਿਨ੍ਹਾਂ ਦਾ ਮਨ ਵਿੰਨਿਆ ਗਿਆ ਚਰਨਾਂ ਕਮਲਾਂ ਵਿੱਚ, ਤੇ ਉਹਨਾਂ ਦੇ ਜੀਵਨ ਵਿੱਚ ਬਦਲਾਓ ਕੀ ਆਉਂਦਾ ਆ? ਹਜ਼ੂਰ ਕਹਿਣ ਲੱਗੇ, ਦਰਸ਼ਨ ਲੱਗੜਾ ਸਾਹੋ। ਸਾਹੋ ਦੇ ਦਰਸ਼ਨਾਂ ਦੇ ਵਾਸਤੇ ਲੱਗੜਾ, ਇੱਕ ਲਗਨ ਲੱਗ ਜਾਂਦੀ ਆ, ਇੱਕ ਕਛਛ, ਇੱਕ ਖਿੱਚ ਜਿਹੜੀ ਆ ਅੰਦਰੋਂ ਬਣ ਜਾਂਦੀ ਸਾਹੋ ਦੇ ਦਰਸ਼ਨਾਂ ਵਾਸਤੇ, ਤਾਂਘ ਬਣੀ ਰਹਿੰਦੀ ਹੈ। ਤੇ ਜੇ ਅੰਦਰ ਭੁੱਖ ਨਾ ਹੋਵੇ, ਜਦੋਂ ਭੁੱਖ ਨਾ ਹੋਵੇ ਤੇ ਕਈ ਕਿਸੇ ਨੇ ਕਿੰਨੇ ਵਧੀਆ ਪਕਵਾਨ ਪਕਵਾਏ ਹੋਣ, ਹੱਥ ਜੋੜ ਕੇ ਅੱਖ ਛਕ ਲਓ, ਜਿਹਨੂੰ ਭੁੱਖ ਨਹੀਂ ਉਹ ਕਹਿੰਦਾ ਮੈਨੂੰ ਭੁੱਖ ਹੀ ਨਹੀਂ, ਮੈਂ ਕਿੱਥੇ ਪਾਵਾਂ। ਅਸਲ ਵਿੱਚ ਜਦੋਂ ਗੁਰੂ ਕੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਭੁੱਖ ਨਹੀਂ ਨਾ, ਉਹਨਾਂ ਨੇ ਇਹ ਕਹਿ ਕੇ ਟਾਲ ਦੇਣਾ, ਜੀ ਹੁਣ ਤੇ ਬਹੁਤ ਠੰਡ ਹੋ ਗਈ ਆ, ਕਿੱਥੇ ਗੁਰਦੁਆਰੇ ਜਾਇਆ ਜਾਂਦਾ, ਸੰਗਰਾਂਦ ਵਾਲੇ ਦਿਨ ਹੀ ਬੜਾ ਆ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਕੇ ਚਰਨਾਂ ਕਮਲਾਂ 'ਚ ਵਿਧਿਆ ਆ, ਉਹਨਾਂ ਦੇ ਅੰਦਰ ਭੁੱਖ ਲੱਗੀ ਹੋਈ ਆ, ਦਰਸ਼ਨ ਲੱਗੜਾ ਸਾਹੋ, ਦਰਸ਼ਨਾਂ ਲਈ ਲਗਨ ਲੱਗੀ ਹੋਈ ਆ, ਇੱਕ ਤਾਂ ਗਿਆ ਦਰਸ ਤੇਰੇ ਕੀ ਪਿਆਸ ਮਨ ਲਾਗੀ। ਦਰਸ਼ਨਾਂ ਦੇ ਅੰਦਰ ਪਿਆਸ ਲੱਗੀ ਹੋਈ ਹੈ। ਤੇ ਗੁਰਮੁਖੋ, ਇਤਿਹਾਸਕ ਬਹੁਤ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਦਰਸ਼ਨਾਂ ਦੇ ਪ੍ਰਤੀ ਤਾਂਘ ਲੈ ਕੇ ਹਜ਼ੂਰ ਨੂੰ ਯਾਦ, ਅੱਠੇ ਪੈਰ ਯਾਦ ਵਿੱਚ ਜੁੜੇ ਰਹਿਣਾ। ਕਿਤੇ ਜਦੋਂ ਆਪਾਂ ਇਤਿਹਾਸ ਪੜ੍ਹ ਕੇ ਦੇਖਦੇ ਹਾਂ, ਮਾਈ ਭਾਗ ਭਰੀ ਦਾ ਜ਼ਿਕਰ ਆਉਂਦਾ ਆ, ਬੜੇ ਵਿਸਥਾਰ ਪੂਰਵਕ ਇਤਿਹਾਸ ਵਿੱਚ ਇਹ ਸਾਖੀ ਦਾ ਖੁਲਾਸਾ ਕੀਤਾ ਹੈ। ਮੈਂ ਕੇਵਲ ਟੂਕ ਮਾਤਰ ਆਪ ਜੀ ਦਾ ਧਿਆਨ ਦਿਵਾ ਕੇ ਅੱਗੇ ਚਲੇ ਜਾਵਾਂ। ਕਸ਼ਮੀਰ ਵਿੱਚ ਜਦੋਂ ਭਾਈ ਗੜੀਆ ਜੀ ਗਏ ਨੇ, ਇਹਨਾਂ ਨੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ ਹੈ, ਤੇ ਉਸ ਪ੍ਰਚਾਰ ਨੂੰ ਸੁਣਨ ਵਾਸਤੇ ਬੜੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ। ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਪ੍ਰਾਪਤ ਕਰਕੇ ਬੜਾ ਇੱਕ ਨਿਵੇਕਲਾ ਰਸ ਬਣ ਜਾਂਦਾ। ਤੇ ਕਹਿੰਦੇ ਨੇ ਵੀ ਇਸ ਸੰਗਤ ਵਿੱਚ ਇੱਕ ਨੌਜਵਾਨ ਲੜਕਾ ਆਉਂਦਾ ਹੈ, ਜਿਹਦਾ ਨਾਮ ਆ ਭਾਈ ਸੇਵਾਦਾਸ। ਤੇ ਭਾਈ ਸੇਵਾਦਾਸ ਦੀ ਲਗਨ ਇੱਦਾਂ ਦੀ ਲੱਗੀ ਵੀ ਉਸਨੇ ਜਦੋਂ ਸੰਗਤ ਵਿੱਚ ਆਉਣਾ, ਉਦੋਂ ਵੀ ਵਾਹਿਗੁਰੂ ਦਾ ਸਿਮਰਨ ਕਰਨਾ। ਜਿਸ ਵੇਲੇ ਪਰਤ ਕੇ ਘਰ ਵਿੱਚ ਚਲੇ ਜਾਣਾ, ਅਵਸਥਾ ਇਹ ਬਣ ਗਈ, ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮੈ ਸਮਾਲੇ ਵਿੱਚ ਚਲਾ ਗਿਆ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਅੰਦਰੋਂ ਗੁਰੂ ਨੂੰ ਸਮਰਪਿਤ ਹੋ ਗਿਆ। ਤੇ ਭਾਈ ਸੇਵਾਦਾਸ ਦੀ ਬਜ਼ੁਰਗ ਮਾਂ ਸੀ ਘਰ ਵਿੱਚ। ਮਾਈ ਨੇ ਆਖਿਆ, ਪੁੱਤਰ ਤੂੰ 24 ਘੰਟੇ ਗੁਰੂ ਨੂੰ ਆਵਾਜ਼ਾਂ ਮਾਰਦਾ ਆ, ਤੇ ਕੀ ਗੁਰੂ ਸਾਹਿਬ ਇੱਥੇ ਆ ਕਰਕੇ ਦੀਦਾਰ ਦੇ ਦੇਣਗੇ? ਤੇ ਪੁੱਤਰ ਦੇ ਅੰਦਰ ਭਾਵਨਾ ਸੀ, ਲਗਨ ਲੱਗੀ ਸੀ, ਗੁਰੂ ਕੀ ਸੰਗਤ ਵਿੱਚੋਂ ਜੋ ਲਿਆ ਸੀ ਅੰਦਰ। ਸੱਚ ਆ ਵੀ ਜਿਹੜਾ ਬੰਦੇ ਦੇ ਅੰਦਰ ਹੋਵੇ ਨਾ, ਉਹ ਨਿਕਲਦਾ। ਜੇ ਅੰਦਰ ਰੁੱਖਾਪਣ ਹੋਵੇ ਨਾ, ਤੇ ਬੰਦਾ ਰੁੱਖੀਆਂ ਹੀ ਗੱਲਾਂ ਕਰੇਗਾ। ਜੇ ਅੰਦਰ ਪ੍ਰਭੂ ਦੀ ਭਾਵਨਾ ਵਸੀ ਹੋਵੇ, ਅੰਦਰ ਪਿਆਰ ਹੋਵੇ, ਤੇ ਅੰਦਰੋਂ ਪਿਆਰ ਭਾਵਨਾ ਵਿੱਚ ਭਿੱਜੇ ਹੋਏ ਬਚਨ ਨਿਕਲਦੇ ਨੇ। ਜੋ ਪਾਵੈ ਭਾਂਡੇ ਵਿੱਚ ਸਾ ਨਿਕਲੈ। ਤੇ ਕਹਿੰਦੇ ਨੇ ਵੀ ਉਸ ਵੇਲੇ ਭਾਈ ਸੇਵਾਦਾਸ ਨੇ ਕਿਹਾ ਵੀ ਮਾਂ ਕਿਉਂ ਨਹੀਂ? ਅੰਦਰੋਂ ਪਿਆਰ ਨਾਲ ਜਿੱਥੇ ਕੋਈ ਚੇਤੇ ਕਰਦਾ, ਮੇਰੇ ਸੱਚੇ ਪਾਤਸ਼ਾਹ ਉੱਥੇ ਹੀ ਆਉਂਦੇ ਨੇ। ਕਹਿਣ ਲੱਗੇ ਤਾਂ ਪੁਰਾਤਨ ਸਮੇਂ ਦਾ ਇਤਿਹਾਸ ਮਾਂ ਕਿਤੇ ਦੇਖ, ਕਿਤੇ ਭੀਲਣੀ ਨੇ ਕਿੰਨਾ ਕੁ ਮਿਹਨਤ ਕੀਤੀ ਸੀ। ਉਹਨੇ ਮਲੇ ਨਾਲੋਂ ਬੇਰ ਹੀ 4 ਤੋੜੇ ਸੀ ਨਾ, ਤੇ ਭੀਲਣੀ ਨੇ ਬੇਰ ਤੋੜ ਕੇ ਉਹਨਾਂ ਨੂੰ ਦੰਦੀ ਨਾਲ ਟੁਕਿਆ ਵੀ ਸੀਗਾ। ਭਗਵਾਨ ਨੇ ਤੇ ਇਹ ਵੀ ਨਹੀਂ ਆਖਿਆ ਵੀ ਇਹਨੇ ਝੂਠੇ ਕੀਤੇ ਹੋਏ ਨੇ।
ਟੋਕ ਕੇ ਦੇਖਦੀ ਸੀ ਵੀ ਜਿਹੜਾ ਬਹੁਤੀ ਮਿਠਾਸ ਵਾਲਾ ਉਹ ਰੱਖ ਲੈਂਦੀ, ਪਿਆਰ ਇੰਨਾ ਸੀ ਅੰਦਰ। ਤੇ ਕਹਿੰਦੇ ਵੀ ਉਹਦੀ ਜਿਹੜੀ ਅੰਦਰ ਦੀ ਭਾਵਨਾ ਸੀ, ਉਹਦੇ ਖਿੱਚੇ ਹੋਏ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਖ ਭਗਵਾਨ ਰਾਮ ਚੰਦਰ ਨੇ ਭੀਲਣੀ ਦੇ ਕਦੇ ਜੂਠੇ ਬੇਰ ਵੀ ਆ ਕਰਕੇ ਛਕ ਲਏ ਸਨ। ਇਹ ਤੇ ਪੁਰਾਤਨ ਸਮੇਂ ਤੋਂ ਕਦੇ ਭਗਵਾਨ ਕ੍ਰਿਸ਼ਨ ਜੀ ਬਿਦਰ ਕੋਲ ਚਲੇ ਗਏ ਸਨ। ਐਸੋ ਭਾਓ ਬਿਦਰ ਕੋ ਦੇਖਿਓ, ਗੁਰਬਾਣੀ ਵਿੱਚ ਬਚਨ ਨੇ, ਐਸੋ ਭਾਓ ਬਿਦਰ ਕੋ ਦੇਖਿਓ, ਗਰੀਬ ਮੋਹਿ ਭਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਣ ਬਹਾਨੀ। ਦੇਖੋ ਜੀ, ਅੱਜ ਆਪਾਂ ਕਹਾਂ ਵੀ ਖੀਰ ਜਿਹੜੀ ਆ ਉਹ ਕਿੰਨੀ ਰਸ ਵਾਲੀ ਆ, ਮਿੱਠੀ ਆ, ਦੁੱਧ ਵਿੱਚ ਬਣੀ ਆ, ਪਰ ਭਗਵਾਨ ਜੀ ਕਹਿਣ ਲੱਗੇ ਤੇਰੀ ਖੀਰ ਨਾਲੋਂ ਬਿੱਦਰ ਦੇ ਘਰ ਦਾ ਬਣਿਆ ਹੋਇਆ ਅਲੂਣਾ ਸਾਗ ਵੀ ਚੰਗਾ ਸੀਗਾ। ਉਹ ਕਹਿੰਦਾ ਮੈਂ ਬਦਾਮਾਂ ਵਾਲਾ ਦੁੱਧ ਬਣਾਇਆ ਸੀ। ਉਹ ਕਹਿਣ ਲੱਗੇ ਜਿਹਦੇ ਅੰਦਰ ਪਿਆਰ ਆ ਨਾ, ਉਹਦੇ ਘਰ ਦਾ ਪਾਣੀ ਵੀ ਤੇਰੇ ਬਦਾਮਾਂ ਵਾਲੇ ਦੁੱਧ ਨਾਲੋਂ ਚੰਗਾ ਲੱਗਦਾ ਸੀ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਅੰਮ੍ਰਿਤ ਨਾਮ ਦੁੱਧ ਨੂੰ ਵੀ ਕਹਿੰਦੇ ਨੇ ਜੀ। ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਾਰੇ ਆਗੇ ਧਰੀ। ਤੇ ਕਹਿੰਦੇ ਮੈਂ ਤਾਂ ਪਿਆਰ ਦਾ ਭੁੱਖਾ। ਭਾਈ ਗੁਰਦਾਸ ਨੇ ਵੀ ਲਿਖਿਆ, ਗੋਬਿੰਦ ਭਾਓ ਭਗਤ ਦਾ ਭੁੱਖਾ। ਸੇਵਾਦਾਸ ਕਹਿਣ ਲੱਗੇ ਮਾਂ ਜਦੋਂ ਕੋਈ ਯਾਦ ਕਰਦਾ ਨਾ ਭਾਵਨਾ ਨਾਲ, ਇਹ ਤੇ ਪੁਰਾਤਨ ਸਮੇਂ ਦਾ ਇਤਿਹਾਸ ਗਵਾਹ ਆ ਕਿ ਰੱਬ ਉੱਥੇ ਆਉਂਦਾ। ਗੁਰੂ ਨਾਨਕ ਦੀ ਗੱਦੀ ਦੇ ਮਾਲਕ ਕਿਉਂ ਨਹੀਂ ਆਉਣਗੇ? 6ਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਗੁਰਤਾ ਗੱਦੀ ਤੇ ਸਭਾਏਮਾਨ ਨੇ। ਤੇ ਮਾਂ ਨੇ ਉਹਨਾਂ ਬਚਨਾਂ ਨੂੰ ਪੱਲੇ ਬੰਨ ਲਿਆ। ਜਿਹੜਾ ਹਾਂ ਆਹ ਬਚਨ ਆਇਆ ਨਾ, ਮਨ ਵਿਧਿਆ, ਇੱਕੇ ਹੀ ਬਚਨ ਨਾਲ ਮਨ ਵਿਧਿਆ ਗਿਆ। ਕਈ ਵਾਰੀ ਆਪਾਂ ਕਹਿੰਦੇ ਹਾਂ ਜੀ ਸੱਜਣ ਠੱਗ, ਤੇ ਅੱਜ ਵੀ ਅਸੀਂ ਕਹਿ ਦਿੰਦੇ ਹਾਂ। ਜਿਹਨੂੰ ਅਸੀਂ ਠੱਗ ਕਹਿੰਦੇ ਉਹਨੇ ਤੇ ਗੁਰੂ ਨਾਨਕ ਦੇ 2 ਸ਼ਬਦ ਹੀ ਸੁਣੇ ਨੇ ਤੇ ਮਨ ਵਿੰਨਿਆ ਗਿਆ। ਠੱਗ ਕਿੱਥੇ ਰਿਹਾ? ਉਹ ਤੇ ਸੱਜਣ ਬਣ ਗਿਆ, ਉਹ ਤੇ ਸੰਤ ਬਣ ਗਿਆ ਸੀ। ਉਹਦੇ ਸੰਬੰਧ 'ਚ 2 ਹੀ ਬਚਨ ਕੀਤੇ ਨੇ ਜੀ, ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ 100 ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਾਨਾ। ਤੇ ਦੂਸਰਾ ਬਚਨ ਕੀਤਾ ਜੀ ਸੂਹੀ ਰਾਗ ਵਿੱਚ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘਹਿ ਵਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ। ਤੇ ਦੋਵਾਂ ਬਚਨਾਂ ਨਾਲ ਜਿਹਦਾ ਮਨ ਵਿੰਨਿਆ ਗਿਆ ਜੀ, ਮਨ ਵਿਧਿਆ ਚਰਨਾਰ ਬਿੰਦ। ਜਿਹਦਾ ਮਨ ਵਿੰਨਿਆ ਗਿਆ ਉਹਨੇ 2 ਸ਼ਬਦ ਹੀ ਸੁਣੇ ਸੀ, ਉਹਨੂੰ ਲੋਕੀ ਠੱਗ ਕਹਿੰਦੇ ਸੀ, ਉਹ ਸੰਤ ਬਣ ਗਿਆ। ਹੁਣ ਆਪਣੇ ਅੰਦਰ ਝਾਤ ਮਾਰ ਲਿਓ, ਜਿਹੜਾ ਵੀ ਸਾਡੀ ਸਾਰੀ ਜ਼ਿੰਦਗੀ ਬਾਪੂ ਦੇ ਬਚਨ ਸੁਣਦੇ ਹੀ ਲੰਘ ਚੱਲੀ। ਸਾਰੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਾ ਨਹੀਂ ਕਿੰਨੇ ਮੁੱਖ ਵਾਕੇ, ਗੁਰੂ ਨਾਨਕ ਸਾਹਿਬ ਦੀ ਬਚਨ ਨੇ ਜਿਹੜੇ ਸੱਜਣ ਨੇ ਸੁਣ ਲਏ, ਤੇ ਗੁਰਮੁਖੋ ਪਤਾ ਨਹੀਂ ਕਿੰਨੇ ਸ੍ਰੀ ਮੁੱਖ ਵਾਕ ਜ਼ਿੰਦਗੀ 'ਚ ਸੁਣੇ ਤੇ ਮਨ ਵਿੰਨਿਆ ਹੀ ਨਹੀਂ ਗਿਆ। ਜੇ ਅੱਜ ਆਖੇ ਅੰਮ੍ਰਿਤ ਛਕ ਲਿਆ, ਨਹੀਂ ਜੀ ਅਜੇ ਨਹੀਂ ਜੀ। ਜੇ ਅੱਜ ਕਹੋ ਜੀ ਤੂੰ ਨਸ਼ੇ ਹੀ ਛੱਡ ਦੇ, ਨਹੀਂ ਜੀ ਕਿੱਥੇ ਸਰਦਾ। ਮਨ ਵਿੰਨਿਆ ਨਹੀਂ ਗਿਆ। ਜਿਹਦਾ ਵਿੰਨਿਆ ਗਿਆ ਉਹਦਾ ਤਬਦੀਲ ਹੋ ਗਿਆ। ਮੈਂ ਉੱਥੇ ਕਾਵਾਂ ਭਾਈ ਸੇਵਾਦਾਸ ਜੀ ਦੇ ਬਚਨ ਸੁਣੇ ਨੇ, ਪੁੱਤਰ ਦੇ ਬਚਨ ਸੁਣ ਕੇ ਮਾਂ ਦਾ ਮਨ ਵਿੰਨਿਆ ਗਿਆ, ਮਨ ਵਿਧਿਆ ਚਰਨਾਰ ਬਿੰਦ। ਤੇ ਹੋਇਆ ਕਿ ਦਰਸ਼ਨ ਲੱਗੜਾ ਸਾਹੋ, ਦਰਸ਼ਨਾਂ ਦੇ ਲਈ ਪਿਆਰ ਬਣ ਗਿਆ। ਤੇ ਉਸ ਮਾਂ ਨੇ ਪੁਰਾਤਨ ਸਮੇਂ, ਮੇਰੀਆਂ ਮਾਤਾਵਾਂ ਬੈਠੀਆਂ ਨੇ ਪੁਰਾਣਿਆਂ ਸਮਿਆਂ ਵਿੱਚ, ਜਦੋਂ ਕੋਈ ਕੱਪੜਾ ਬੁਣਦਾ ਸੀ ਤੇ ਕੱਪੜੇ ਦੀ ਸ਼ੁਰੂਆਤ ਰੂੰ ਦੀਆਂ ਪੂਣੀਆਂ ਤੋਂ ਕੀਤੀ ਜਾਂਦੀ ਸੀ। ਮਾਤਾਵਾਂ ਨੇ ਚਰਖੇ ਤੇ ਉਹ ਰੂਈ ਤੋਂ ਪੂਣੀਆਂ ਕੱਤਣੀਆਂ, ਕੱਤ ਕੇ ਸੂਤ ਬਣਾਉਣਾ, ਸੂਤ ਬਣਿਆ ਹੋਇਆ ਜਲਾਹੇ ਦੀ ਖੱਡੀ ਤੇ ਜਾਣਾ, ਤੇ ਜਲਾਹੇ ਨੇ ਆਪਣੀ ਖੱਡੀ ਤੇ ਬੁਣ ਕੇ ਕੱਪੜਾ ਤਿਆਰ ਕਰਨਾ। ਤੇ ਕਹਿੰਦੇ ਨੇ ਮਾਤਾ ਦੀ ਉਮਰ ਵਡੇਰੀ ਆ, ਕੰਬਦੇ ਹੋਏ ਹੱਥਾਂ ਦੇ ਨਾਲ ਪੂਣੀਆਂ ਕੱਤਦੀ ਆ, ਤੇ ਰਸਨਾ ਤੇ ਗੁਰੂ ਆ। ਹੱਥ ਸੰਸਾਰ ਪ੍ਰਤੀ ਚੱਲਦਾ ਪਿਆ ਤੇ ਮਨ ਦੀ ਯਾਤਰਾ ਨਿਰੰਕਾਰ ਵੱਲ ਤੁਰੀ ਜਾਂਦੀ ਹੈ।
ਪਿਆਰ ਵੀ ਵੱਧਦਾ ਜਾਂਦਾ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਅੰਦਰ ਦੀ ਲਗਨ, ਅੰਦਰ ਦਾ ਪਿਆਰ ਵੱਧਦਾ ਜਾਂਦਾ ਹੈ। ਕੰਬਦੇ ਹੱਥਾਂ ਨਾਲ ਪੂਣੀਆਂ ਕੱਤੀਆਂ, ਕੱਤ ਕੇ ਸੂਤ ਬਣਾਇਆ, ਸੂਤ ਬਣਾ ਕੇ ਜਲਾਹੇ ਨੂੰ ਆਖਿਆ ਭਰਾ ਇਹਦਾ ਚੰਗੇ ਤਰੀਕੇ ਨਾਲ ਸੋਹਣਾ ਜਿਹਾ ਵਸਤਰ ਬਣਾਈ ਮੇਰੇ ਸਾਈਂ ਨੇ। ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਪਹਿਨਣਾ ਹੀ। ਕੱਪੜੇ ਵਿੱਚ ਕੋਈ ਕਮੀ ਨਾ ਹੋਈ, ਪੈਸੇ 4 ਵੱਧ ਲੈ ਲਈ, ਕੱਪੜੇ ਵਿੱਚ ਕਮੀ ਨਾ ਹੋਵੇ। ਤੇ ਕਹਿੰਦੇ ਨੇ ਭਾਵਨਾ ਨਾਲ ਬਣਿਆ ਹੋਇਆ ਕੱਪੜਾ। ਮਾਤਾ ਭਾਗ ਭਰੀ ਨੇ ਨਿੱਕੀ ਜਿਹੀ ਚੌਂਕੀ ਬਣਾ ਲਈ, ਉਸ ਕੱਪੜੇ ਨੂੰ ਚੌਂਕੀ ਤੇ ਰੱਖਿਆ ਹੋਇਆ ਹੈ। ਕੱਪੜੇ ਨੂੰ ਚੌਂਕੀ ਤੇ ਰੱਖਿਆ ਹੋਇਆ ਆ। ਤੇ ਮਾਤਾ ਭਾਗ ਭਰੀ ਕੀ ਕਰਦੀ ਵੀ ਅੰਮ੍ਰਿਤ ਵੇਲੇ ਅੱਜ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਅੰਮ੍ਰਿਤ ਵੇਲੇ ਕਰਨ ਤੋਂ ਕੰਨੀ ਕਤਰਾਉਂਦੇ ਆ। ਆ ਜਦੋਂ ਭਾਈ ਸਾਹਿਬ ਨਿਤਨੇਮ ਕਰਦੇ ਵੀ ਕਿੰਨਾ ਕੁ ਹਾਲ ਭਰਿਆ ਹੁੰਦਾ, ਖਾਲੀ ਹੁੰਦਾ ਨਾ ਸਾਰਾ। ਜਿਸ ਵੇਲੇ ਅੰਮ੍ਰਿਤ ਵੇਲਾ ਹੁੰਦਾ ਕੋਈ ਵਿਰਲਾ ਜਾਗਦਾ। ਤੇ ਕਹਿੰਦੇ ਨੇ ਵੀ ਅੰਮ੍ਰਿਤ ਵੇਲਾ ਹੋਣਾ, ਮਾਤਾ ਨੇ ਚੌਂਕੀ ਤੇ ਰੱਖਿਆ ਹੋਇਆ ਵਸਤਰ। ਤੇ ਇਤਿਹਾਸਕਾਰ ਕਹਿੰਦੇ ਨੇ ਵੀ ਧੂਪ ਧਕਾਉਣਾ ਆ ਕੇ ਵਸਤਰ ਨੂੰ, ਇਹ ਮੇਰੇ ਮਾਲਕ ਨੇ ਤਨ ਤੇ ਪਾਉਣਾ ਹੈ। ਤੇ ਕਹਿੰਦੇ ਨੇ ਉਸ ਵਸਤਰ ਕੋਲ ਧੂਪ ਧਕਾ ਕੇ ਤੇ ਆਪਣੀ ਸੁਰਤ ਵਾਹਿਗੁਰੂ ਵਿੱਚ ਲੀਨ ਕਰ ਲੈਣੀ। ਅੱਜ ਦਾ ਸਿੱਖ ਤੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਲਾਗੇ ਕਿਉਂ ਧੂਪ ਦਿਖਾਉਣਾ, ਇੱਥੇ ਕਿਉਂ ਸੁਗੰਧੀ ਵਾਲੀ ਚੀਜ਼ ਲਾਉਣੀ ਹੈ। ਮੈਂ ਕਹਿੰਦਾ ਇਤਿਹਾਸ ਤੋਂ ਪਤਾ ਨਹੀਂ ਕਿੰਨਾ ਕੁ ਦੂਰ ਚਲਾ ਗਿਆ। ਕਿਤੇ 10ਵੇਂ ਪਾਤਸ਼ਾਹ ਨੇ ਬਚਨ ਕੀਤੇ, ਕਿਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਕੀਤਾ, ਉਦੋਂ ਬਚਨ ਕੀਤੇ ਸੀ ਜੀ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ, उत्तम है सब काल रहे हैं, मेरे शरीर ते जानते है दीर्घ, साहिब जान अदायब करे हैं, पूजो चंदन केसर को घस, धूप तखै के फूल चढ़ाए हैं। ये बचन कीते ते अज आपां कहने इस चीज़ की की लोड़ जी, आ वाधू आ। सतगुरु कहन लगे ग्रंथ रिदा गुर को इहो जानो, मेरे हिरदे नाल जे प्यार करदे हो। कई वारी आपां कहने हुंदे आ भी फलाने बंदे दी गल, वो तां मेरे दिली सांझ आ मेरी। सतगुरु कहंदे जे दिली सांझ साडे नाल दिल दी सांझ पाउणी आ ते साडा दिल साडा हिरदा ग्रंथ आ। ग्रंथ रिदा गुर को इहो जानो, उत्तम है सब काल रहे हैं, मेरे शरीर ते जानते है दीर्घ। क्योंकि मेरा शरीर समय नाल खत्म हो जाना आ, गुरु ग्रंथ साहिब जी ने जुगो जुग टल रहना। मेरे शरीर ते जानते है दीर्घ। ते कहन लगे साहिब जान अदायब करे हैं, पूजो चंदन केसर को घस, तू धूप तखै कै फूल चढ़ाए। ते कहंदे ने भी माता भाग भरी ने वो चौंकी ते वस्त्र रखिया, धूप तखाउंदी रोजाना। दोने टाइम का नितनेम बन गया, रोजाना सवेरे भी रात भी किन्नी किन्नी चली जानी। ते माता ने आवाज़ां मारनियां ते दिलों एक अरदास निकलनी, आखना मीरी पीरी दे मालका, कश्मीर तो अमृतसर का रस्ता बड़ा डाढ़ा है, कश्मीर तो चल के जाना बड़े दूर दियां वाटां ने। ते जे ते जवानी होवे ते गल वखरी है मालका, चंदरे बुढ़ापे ने ग्रास लिया या, हुण ते गोडे भी नहीं चलदे ते इन्ने खतरनाक रस्ते, खूह खल्लड़ पहाड़ी रस्ते ते किवें चल के आवांगी। मेरे मालका किते रहमत कर ते बुढ़ड़ी नूं जांदी वारी दर्शन जरूर दे। ते भावना नाल बनाया होया कपड़ा तेरे तन ते पहनिया होवे ते बुढ़ड़ी मां इन्हां अखां नाल तक लवे। कहंदे ने अंदर दी अरदास पहुँच गई। बाहर दीयां तारां असीं बड़ियां खड़काउंदे आ, हुणे कनेडा अमेरिका असीं फोन कर लैंदे आ, बाहर दी तार विच ते अंदर दी तार विच बड़ा फर्क हुंदा है। कोई कवि कहिंदा खुदा मंजूर करता है दवा, जो दिल से होती है, मुश्किल तो यही है कि मुश्किल से होती है। अंदर दी अरदास जिहड़ी है साईं दे घर पहुँच जाती आ। कोई विद्वान कहिंदा बाहरी बोल के कीतियां होइयां अरदासां संसार सुनदा आ,
ਹਿਰਦੇ ਦੀ ਬਿਹਪਲਤਾ ਵਿੱਚੋਂ ਨਿਕਲੀ ਹੋਈ ਅਰਦਾਸ ਕਰਤਾਰ ਸੁਣਦਾ ਹੈ। ਅੰਦਰ ਦਾ ਤਰਲਾ ਸੀ ਪਹੁੰਚ ਗਿਆ। ਮੀਰੀ ਪੀਰੀ ਦੇ ਮਾਲਕ ਨਾਲ ਡਰੌਲੀ ਭਾਈ ਉਸ ਵੇਲੇ ਸਭਾਏਮਾਨ ਨੇ ਭਾਈ ਸਾਈਂ ਦਾਸ ਦੇ ਘਰ ਵਿੱਚ। ਭਾਈ ਸਾਈਂ ਦਾਸ ਤੇ ਬੀਬੀ ਰਾਮੋ ਸੱਚੇ ਪਾਤਸ਼ਾਹ ਸੰਸਾਰੀ ਰਿਸ਼ਤੇਦਾਰੀ ਵਜੋਂ ਬੀਬੀ ਰਾਮੋ ਸਾਈਂ ਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਂਢੂ ਲੱਗਦੇ ਨੇ ਸਾਈਂ ਦਾਸ ਜੀ। ਤੇ ਗਰੀਬ ਨਵਾਜ ਡਰੌਲੀ ਭਾਈ ਤੋਂ ਕਹਿੰਦੇ ਨੇ ਵੀ ਘੋੜੇ ਤੇ ਅਸਵਾਰ ਹੋਏ ਮੰਜ਼ਲਾਂ ਨੂੰ ਮਾਰਦੇ, ਸਾਰਾ ਕਸ਼ਮੀਰ ਲੰਘ ਕੇ ਮੰਜ਼ਲਾਂ ਨੂੰ ਮਾਰਦੇ ਰਸਤੇ ਵਿੱਚ ਇੰਨਾ ਪਿਆਰ ਨਾਲ ਖਿੱਚਿਆ ਹੋਇਆ। ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਹਾਂ, ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ। ਪਿਆਰ ਦੀ ਖਿੱਚ ਇੱਦਾਂ ਦੀ ਸੀ ਤਣੀ ਹੋਈ। ਤੇ ਕਹਿੰਦੇ ਨੇ ਰਹਿਮਤਾਂ ਦੇ ਸਾਈਂ ਪਹੁੰਚ ਗਏ ਨੇ ਤੇ ਮਾਈ ਭਾਗ ਭਰੀ ਦੇ ਦਰਵਾਜ਼ੇ ਤੇ ਖੜੇ ਹੋਏ। ਘੋੜੇ ਦੀਆਂ ਟਾਪਾਂ ਦੀ ਆਵਾਜ਼ ਕੰਨਾਂ 'ਚ ਪਈ ਤੇ ਸੇਵਾਦਾਸ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਕੌਣ ਆ? ਤੇ ਮੇਰੇ ਪਾਤਸ਼ਾਹ ਕਹਿੰਦੇ ਜਿਹਨੂੰ ਦਿਨੇ ਰਾਤ ਤੇਰੀ ਮਾਂ ਤੇ ਤੂੰ ਆਵਾਜ਼ਾਂ ਮਾਰਦੇ ਹੋ। ਪਹਿਲਾਂ ਦਿਨੇ ਰਾਤ ਆਵਾਜ਼ਾਂ ਮਾਰਦੇ, ਹੁਣ ਪਹਿਚਾਣਦੇ ਵੀ ਨਹੀਂ ਕੌਣ ਆ। ਜਦੋਂ ਇੰਨੇ ਬਚਨ ਸੁਣੇ ਤੇ ਭਾਈ ਸੇਵਾਦਾਸ ਚਰਨਾਂ ਤੇ ਢਹਿ ਪਿਆ। ਨੇਤਰਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ। ਬਰਾਗ ਦੇ ਹੰਝੂ ਜਿਹੜੇ ਸੀ ਤਰਬਕ ਤਰਬਕ ਧਰਤੀ ਤੇ ਡਿੱਗ ਪਏ ਤੇ ਬੜੀ ਤੇਜ਼ੀ ਦੇ ਨਾਲ ਆਵਾਜ਼ ਦਿੱਤੀ, ਮਾਂ ਜਿਹਨੂੰ ਤੂੰ ਦਿਨੇ ਰਾਤ ਆਵਾਜ਼ਾਂ ਮਾਰਦੀ ਸੀ ਉਹ ਗੁਰੂ ਚੱਲ ਕੇ ਆ ਗਿਆ। ਤੇ ਮਾਤਾ ਭਾਗ ਭਰੀ ਕੰਬਦੇ ਹੱਥਾਂ ਨਾਲ ਡੰਗੋਰੀ ਫੜੀ ਹੋਈ ਆ ਤੇ ਡੰਗੋਰੀ ਫੜ ਕੇ ਗਰੀਬ ਨਵਾਜ ਦੇ ਘੋੜੇ ਕੋਲ ਪਹੁੰਚੀ। ਸੱਚੇ ਪਾਤਸ਼ਾਹ ਜੀ ਉਤਰੇ ਨੇ ਘੋੜੇ ਤੋਂ। ਮਾਤਾ ਨੇ ਚਰਨਾਂ ਤੇ ਸੀਸ ਰੱਖਿਆ ਤੇ ਧੰਨ ਗੁਰੂ ਹਰਗੋਬਿੰਦ ਜੀ ਨੇ ਉਠਾ ਕੇ ਗਰੀਬ ਨਵਾਜ ਨੇ ਮਾਤਾ ਨੂੰ ਛਾਤੀ ਨਾਲ ਲਾ ਕੇ ਰੱਜ ਕੇ ਪਿਆਰ ਦਿੱਤਾ, ਮਾਂ ਤੂੰ ਯਾਦ ਕਰਦੀ ਸਾਂ ਮੈਂ ਆ ਗਿਆ। ਤੇ ਅਗਲਾ ਬਚਨ ਮੇਰੇ ਪਾਤਸ਼ਾਹ ਨੇ ਕੀਤਾ, ਕਹਿਣ ਲੱਗੇ, ਮਾਂ ਮੇਰਾ ਕੱਪੜਾ ਲਿਆ, ਮੈਨੂੰ ਦਿਲ ਕਰਦਾ ਆ ਮੈਂ ਸਰੀਰ ਤੇ ਕੱਪੜਾ ਪਹਿਨਾ। ਤੇ ਮਾਤਾ ਨੇ ਹੱਥ ਜੋੜੇ, ਆਖਿਆ ਮਾਲਕਾ ਤੈਨੂੰ ਲੱਖਾਂ ਤੇ ਕਰੋੜਾਂ ਰੁਪਈਆਂ ਦੇ ਦਸ਼ਾਲਿਆਂ ਵਾਲੇ ਸ਼ਰਧਾਲੂ ਹੋਣਗੇ, ਬੜੇ ਕੀਮਤੀ ਕੋਈ ਪਸ਼ਮੀਨੇ ਦੇ ਵਸਤਰ ਲਿਆਉਂਦਾ ਹੋਵੇਗਾ, ਕੋਈ ਹੋਰ ਵਸਤਰ ਲਿਆਉਂਦਾ ਹੋਵੇਗਾ। ਗਰੀਬਣੀ ਨੇ ਤੇ ਸੂਤ ਕੱਤਿਆ ਹੋਇਆ ਆ ਤੇ ਸੱਚੇ ਪਾਤਸ਼ਾਹ ਗਰੀਬਣੀ ਦਾ ਮਾੜਾ ਜਿਹਾ ਵਸਤਰ ਕਬੂਲ ਕਰ ਲਿਆ ਜੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹੌਸਲਾ ਦੇ ਕੇ ਆਖਣ ਲੱਗੇ, ਮਾਂ ਸੱਚ ਜਾਣੀ ਆ ਤਨ ਤੇ ਪਾਏ ਹੋਏ ਕੱਪੜੇ ਮੈਨੂੰ ਚੰਗੇ ਹੀ ਨਹੀਂ ਲੱਗਦੇ। ਜਿਹੜੀ ਭਾਵਨਾ ਜਿਹੜਾ ਪਿਆਰ ਤੇਰੇ ਕੱਪੜੇ ਵਿੱਚ ਛੁਪਿਆ ਹੋਇਆ, ਦਿਲ ਕਰਦਾ ਸੀ ਕਾਹਲੀ ਨਾਲ ਉਹ ਕੱਪੜਾ ਤਨ ਤੇ ਪਾ ਲਵਾਂ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮਹਾਰਾਜ ਕੱਪੜਾ ਤਾਂ ਬੁਣਿਆ ਹੋਇਆ, ਲੇਕਿਨ ਦਰਜੀ ਇਸ ਨੂੰ ਸਿਲਾਈ ਲਾਵੇਗਾ ਤੇ ਤਨ ਤੇ ਪਾਉਂਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮੈਂ ਕਾਹਲੀ ਨਾਲ ਦਰਜੀ ਮੰਗਾ ਕੇ ਇਸ ਕੱਪੜੇ ਨੂੰ ਸਮਾ ਲੈਂਦੀ ਹਾਂ। ਤੇ ਫਟਾਫਟ ਕਹਿੰਦੇ ਨੇ ਦਰਜੀ ਨੂੰ ਮੰਗਾ ਕੇ ਤੇ ਆਖਿਆ, ਭਾਵਨਾ ਨਾਲ ਸੀ, ਪਿਆਰ ਨਾਲ ਸੀਵੀਂ। ਮੇਰੇ ਮਾਲਕ ਨੇ ਆਪਣੇ ਤਨ ਤੇ ਇਸ ਕੱਪੜੇ ਨੂੰ ਪਹਿਨਣਾ ਆ, ਖਿਆਲ ਰੱਖੀ ਕਿਤੇ ਗਲਤ ਤਰੀਕੇ ਨਾਲ ਕੋਈ ਵਾਧ ਘਾਟ ਨਾ ਕਰ ਦੇਈਂ। ਕਹਿੰਦੇ ਨੇ ਹੱਥ ਜੋੜ ਕੇ ਦਰਜੀ ਨੇ ਸਿਰ ਝੁਕਾ ਕੇ ਆਖਿਆ, ਜਿੰਨੀ ਕਿ ਮੇਰੀ ਮੱਤ ਮੈਨੂੰ ਬਖਸ਼ੀ ਆ ਮਾਲਕ ਨੇ, ਮੈਂ ਆਪਣਾ ਪੂਰਾ ਤਾਣ ਲਾ ਕੇ ਵਸਤਰ ਨੂੰ ਬਣਾਵਾਂਗਾ। ਭਾਵਨਾ ਵਿੱਚ ਭਿੱਜ ਕੇ ਦਰਜੀ ਨੇ ਵਸਤਰ ਸੀਤਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤਨ ਤੇ ਪਹਿਨਿਆ ਤੇ ਮਾਤਾ ਭਾਗ ਭਰੀ ਦਾ ਅਖੀਰਲਾ ਸਵਾਸ ਜਿਹੜਾ ਸੀ ਉਹ ਵੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਗੋਦੀ ਵਿੱਚ ਨਿਕਲਿਆ। ਆਖਿਆ, ਮਾਲਕਾ ਜ਼ਿੰਦਗੀ ਦੀ ਯਾਤਰਾ ਖਤਮ ਹੋਣ ਵਾਲੀ ਆ, ਦਿਲ ਕਰਦਾ ਸੀ ਅਖੀਰਲਾ ਸਵਾਸ ਤੁਹਾਡੀ ਗੋਦ ਵਿੱਚ ਹੋਵੇ। ਤੇ ਗੁਰਮੁਖੋ ਜਿਨ੍ਹਾਂ ਦਾ ਮਨ ਵਿੰਨਿਆ ਗਿਆ, ਮਨ ਵੇਧਿਆ ਚਰਨਾਰ ਬਿੰਦ, ਮਨ ਵਿੱਚ ਛੇਕ ਪੈ ਗਿਆ,
ਗੁਰੂ ਕਾ ਉਪਦੇਸ਼ ਘਰ ਕਰ ਗਿਆ, ਦਰਸ਼ਨ ਲਗੜਾ ਸਾਹੋ। ਦਰਸ਼ਨਾਂ ਦੀ ਤਾਂਘ ਬਣ ਗਈ। ਤੇ ਜਦੋਂ ਕਿਸੇ ਨੂੰ ਦਰਸ਼ਨਾਂ ਦੀ ਭੁੱਖ ਹੁੰਦੀ ਆ, ਮਾਲਕ ਉਦੋਂ ਹੀ ਦੀਦਾਰ ਦੇ ਦਿੰਦਾ। ਜਿਨ੍ਹਾਂ ਦੇ ਮਨ ਵਿੱਚ ਇਹ ਸਦਰ ਬਣ ਗਈ, ਉਹਨਾਂ ਤੇ ਕਿਰਪਾ ਹੋ ਗਈ ਜੀ। ਓਟ ਗੋਇੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਕਹਿੰਦੇ ਉਹਨਾਂ ਨੇ ਓਟ ਲੈਣਾ ਕੀਤੀ ਹੈ ਗੋਵਿੰਦ ਗੋਪਾਲ ਰਾਏ। ਗੋ ਨਾਮ ਪ੍ਰਿਥਵੀ ਦਾ, ਤੇ ਵਿੰਦ ਜਿਹੜਾ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ। ਜਿਹੜਾ ਪ੍ਰਿਥਵੀ ਦੀ ਰੱਖਿਆ ਹੀ ਨਹੀਂ ਕੇਵਲ ਕਰਦਾ, ਅਗਲਾ ਬਚਨ ਕਹਿ ਦਿੱਤਾ ਜੀ ਗੋਪਾਲ। ਇੱਕ ਤਾਂ ਰੱਖਿਆ ਹੁੰਦੀ ਆ ਨਾ ਵੀ ਪ੍ਰਿਥਵੀ ਜਿਹੜੀ, ਦੇਖੋ ਜੀ ਪਾਣੀ ਦਾ ਹਿੱਸਾ ਵਧਿਆ ਤੇ ਧਰਤੀ ਜਿਹੜੀ ਹੈ ਪਾਣੀ ਤੋਂ ਕਿਤੇ ਘਟਿਆ, ਪਰ ਫਿਰ ਵੀ ਇਸ ਧਰਤੀ ਨੂੰ ਟਿਕਾਇਆ ਹੋਇਆ। ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਟਿਕਾਇਆ ਹੋਇਆ। ਬਿਨ ਥੰਮਾ ਗਗਨ ਰਹਾਏ। ਤੇ ਕਿਹਦੇ ਆਸਰੇ ਖੜਾ ਆ ਜੀ? ਨਾਮ ਕੇ ਧਾਰੇ ਆਗਾਸ ਪਾਤਾਲ। ਤੇ ਇਸ ਧਰਤੀ ਨੂੰ ਆਸਰਾ ਦੇਣ ਵਾਲਾ ਕੇਵਲ ਧਰਤੀ ਨੂੰ ਆਸਰਾ ਹੀ ਨਹੀਂ ਦਿੰਦਾ ਉਹ, ਤੇ ਗੁਰਮੁਖੋ ਸਮੇਂ ਸਮੇਂ ਮੁਤਾਬਕ ਜੇ ਧਰਤੀ ਡੋਲੀ ਨਾ, ਤੇ ਧਰਤੀ ਨੂੰ ਆਸਰਾ ਦੇਣ ਲਈ ਧਰਤੀ ਤੇ ਸਰਗੁਣ ਸਰੂਪ ਧਰ ਕੇ ਵੀ ਆ ਗਿਆ। ਕਲ ਮਿਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਧਰਤੀ ਨੂੰ ਆਸਰਾ ਦੇਣ ਵਾਲਾ। ਤੇ ਫਿਰ ਕਹਿੰਦੇ ਕੱਲਾ ਆਸਰਾ ਹੀ ਨਹੀਂ ਧਰਤੀ ਨੂੰ ਦਿੰਦਾ, ਗੋਪਾਲ ਜਿਹੜੇ ਧਰਤੀ ਤੇ ਪੈਦਾ ਕੀਤੇ ਨੇ, ਉਹਨਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਵੀ ਉਹਦੀ ਆ। ਪਾਲਣਾ ਕਰਨ ਵਾਲਾ ਵੀ ਉਹੀ ਆ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਬਚਨ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਉਧਾਰ। ਜਿਹਨੇ ਤੈਨੂੰ ਪੈਦਾ ਕੀਤਾ ਆ, ਉਹ ਤੇਰਾ ਰਿਜ਼ਕ ਦੇਵੇਗਾ। ਕਿਸੇ ਉਰਦੂ ਦੇ ਸ਼ਾਇਰ ਨੇ ਲਿਖਿਆ, ਕਹਿੰਦਾ ਬੰਦਿਆ ਡੋਲਦਾ ਕਿਉਂ ਆ, ਜਬ ਦਾਂਤ ਨਹੀਂ ਤਬ ਖੀਰ ਦਈ, ਅਬ ਦਾਂਤ ਦੀਏ ਕਿਆ ਰਿਜ਼ਕ ਨਾ ਦਾ ਹੈ। ਕਹਿੰਦੇ ਜਦੋਂ ਮੂੰਹ 'ਚ ਦੰਦ ਨਹੀਂ ਸੀ, ਉਦੋਂ ਤੇਰੇ ਲਈ ਦੁੱਧ, ਤੇਰੇ ਜੰਮਣ ਤੋਂ ਪਹਿਲਾਂ ਹੀ ਮਾਂ ਦੀਆਂ ਦੁੱਧੀਆਂ ਵਿੱਚ ਦੁੱਧ ਪੈਦਾ ਕਰ ਦਿੱਤਾ। ਜਨਮ ਬਾਅਦ ਵਿੱਚ ਹੋਇਆ। ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਕਹਿੰਦੇ ਤੇਰੇ ਜਨਮ ਤੋਂ ਪਹਿਲਾਂ ਪ੍ਰਬੰਧ ਕਰ ਲਿਆ ਸੀ, ਹੁਣ ਤੇ ਜਵਾਨ ਹੋ ਗਿਆ, ਤੈਨੂੰ ਸੋਹਣੇ ਦੰਦ ਦਿੱਤੇ ਨੇ, ਕੀ ਹੁਣ ਰਿਜ਼ਕ ਨਹੀਂ ਦੇਵੇਗਾ ਉਹ? ਇਸ ਕਰਕੇ ਉਹ ਪਾਲਣਾ ਕਰਦਾ ਆ ਜੀ। ਗੋਬਿੰਦ ਗੋਪਾਲ ਰਾਏ, ਉਹਦੇ ਵਰਗਾ ਰਾਜਾ ਕੋਈ ਨਹੀਂ। ਭਾਵੇਂ ਕੋਈ ਇੱਥੇ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ, ਵੱਡੇ ਤੋਂ ਵੱਡਾ ਪ੍ਰਾਈਮ ਮਿਨਿਸਟਰ ਵੀ ਕਿਉਂ ਨਾ ਹੋਵੇ, ਹੱਥ ਬੰਨ੍ਹ ਕੇ ਖੜਾ ਹੁੰਦਾ ਵੀ ਮਾਲਕਾ ਮੈਨੂੰ ਕੁਝ ਦੇ। ਰਾਜਾ ਵੀ ਵਾਹਿਗੁਰੂ ਦੇ ਦਰਵਾਜ਼ੇ ਤੇ ਖੜਾ ਹੁੰਦਾ। ਇਹ ਰਾਜਾਨ ਰਾਜ ਪੜ੍ਹਦੇ ਹਾਂ ਆਪਾਂ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ। ਤੇ ਕਹਿੰਦੇ ਨੇ ਵੀ ਉਹ ਜਿਹੜਾ ਰਾਜਾ ਸਰੂਪ ਆ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਉਹ ਜਿਹੜਾ ਰਾਜਾ ਸਰੂਪ ਆ, ਓਟ, ਉਹਦੀ ਓਟ ਲੈਣਾ ਕੀਤੀ ਆ। ਤੇ ਜਿਨ੍ਹਾਂ ਨੇ ਉਹਦੀ ਓਟ ਲੈਤੀ, ਉਹਨਾਂ ਨੂੰ ਤੇ ਦੋਨਾਂ ਲੋਕਾਂ ਵਿੱਚ ਹੀ ਪਰਵਾਹ ਨਹੀਂ। ਓਟ ਲਹਿਓ ਨਾਰਾਇਣ, ਦੀਨ ਦੁਨੀਆ ਚੱਲੈ। ਅਸੀਂ ਕਿਸੇ ਵੱਡੇ ਬੰਦੇ ਦੀ ਸਪੋਰਟ ਲੈਂਦੇ ਹਾਂ ਜੀ, ਮੇਰੀ ਇੱਥੇ ਸਪੋਰਟ ਕਰੇਗਾ ਉਹ। ਸਤਿਗੁਰੂ ਕਹਿੰਦੇ ਹੋ ਬੰਦਿਆ ਭੋਲੀਆਂ ਗੱਲਾਂ ਨਾ ਕਰ, ਕਿਤੇ ਨਾਰਾਇਣ ਦੀ ਓਟ ਲੈ। ਦੀਨ ਦੁਨੀਆ, ਇਹ ਦੁਨੀਆ ਵਿੱਚ ਵੀ ਤੇਰੀ ਬਾਂਹ ਫੜੇਗਾ ਤੇ ਦੀਨ ਵਿੱਚ ਵੀ ਜਾ ਕੇ ਦੀਨ ਦੁਨੀਆ ਝੱਲੈ। ਤੇ ਕਹਿੰਦੇ ਜਿਨ੍ਹਾਂ ਨੇ ਓਟ ਗੋਬਿੰਦ ਗੋਪਾਲ ਰਾਏ ਦੀ ਲੈ ਲਈ ਆ ਨਾ, ਤੇ ਉਹ ਹੱਥ ਜੋੜ ਕੇ ਖੜੇ ਰਹਿੰਦੇ ਨੇ ਤੇ ਬੇਨਤੀਆਂ ਤੇ ਤਰਲੇ ਕਰਦੇ ਰਹਿੰਦੇ ਨੇ ਵੀ ਸੇਵਾ ਸੁਆਮੀ ਲਾਹੋ। ਅਸੀਂ ਕਿਤੇ ਮੰਗ ਕੀਤੀ ਆ, ਅਰਦਾਸਾਂ ਦੀਆਂ ਤੇ ਲੜੀਆਂ ਲੱਗ ਜਾਂਦੀਆਂ ਨੇ, ਇੱਥੇ ਲਿਖਟਾਂ ਬਣ ਜਾਂਦੀਆਂ ਨੇ। ਅਰਦਾਸਾਂ ਕੋਈ ਬਾਹਰ ਜਾਣ ਦੀ ਕਰਦਾ, ਕੋਈ ਦੁੱਧ ਮੰਗੀ ਜਾਂਦਾ, ਕੋਈ ਪੁੱਤ ਮੰਗੀ ਜਾਂਦਾ, ਕੋਈ ਸੋਹਣਾ ਘਰ ਮੰਗਦਾ। ਪਰ ਕਿਸੇ ਨੇ ਅਰਦਾਸ ਵਿੱਚ ਇਹ ਵੀ ਮੰਗਿਆ ਵੀ ਸੱਚੇ ਪਾਤਸ਼ਾਹ ਮੇਰਾ ਪਰਿਵਾਰ ਜਿਹੜਾ ਆ ਉਹ ਗੁਰੂ ਘਰ ਤੋਂ ਕਿਤੇ ਦੂਰ ਨਾ ਹੋਵੇ। ਬਾਬਾ ਬੁੱਢਾ ਸਾਹਿਬ ਜੀ ਜਿਸ ਵੇਲੇ ਉਹਨਾਂ ਨੇ
ਅੰਤਮ ਯਾਤਰਾ ਸੀ ਉਹਨਾਂ ਦੀ ਸੰਸਾਰ ਤੋਂ, ਉਹਨਾਂ ਨੇ ਆਪਣੇ ਪੁੱਤਰ ਦੀ ਬਾਂਹ ਮੇਰੇ ਸਾਹਿਬ ਦੇ ਹੱਥਾਂ ਵਿੱਚ ਫੜਾ ਦਿੱਤੀ ਸੀ। ਮਹਾਰਾਜ ਮੈਂ ਤੇ ਜੁੜਿਆ ਰਿਹਾ ਵਾਂ, ਪਰ ਦੇਖਿਓ ਆ ਮੈਂ ਤੁਹਾਡੇ ਹੱਥ 'ਚ ਫੜਾਤਾ, ਹੁਣ ਇਹ ਪਰਿਵਾਰ ਦੂਰ ਨਾ ਹੋ ਜਾਏ ਚਰਨਾਂ ਤੋਂ। ਤੇ ਸਾਡੀ ਕਿਤੇ ਅਰਦਾਸ ਹੋਈ ਆ ਵੀ ਸੱਚੇ ਪਾਤਸ਼ਾਹ ਮੇਰੇ ਬੱਚੇ ਗੁਰਸਿੱਖੀ ਤੋਂ ਪਰਾਂ ਨਾ ਚਲੇ ਜਾਣ, ਸੇਵਾ ਦੇ ਦਿਓ, ਸਿਮਰਨ ਦੇ ਦਿਓ। ਕਿੰਨੀਆਂ ਲੰਮੀਆਂ ਅਰਦਾਸਾਂ ਦੀਆਂ ਲਿਸਟਾਂ ਹੁੰਦੀਆਂ ਨੇ। ਕਿਸੇ ਅਰਦਾਸ ਵਿੱਚ ਕਿਸੇ ਨੇ ਮੰਗਿਆ ਹੋਵੇ ਵੀ ਪਰਿਵਾਰ ਨੂੰ ਹੀ ਅੰਮ੍ਰਿਤ ਦੀ ਦਾਤ ਦੇ ਦਿਓ, ਗੁਰਸਿੱਖੀ ਝੋਲੀ ਪਾ ਦਿਓ, ਪਰਿਵਾਰ ਨੂੰ ਸੱਚੇ ਪਾਤਸ਼ਾਹ ਸੇਵਾ ਸਿਮਰਨ ਦੀ ਦਾਤ ਦੇ ਦਿਓ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਓਟ ਲੈ ਲਈ ਨਾ ਗੋਬਿੰਦ ਦੀ, ਪ੍ਰਿਥਵੀ ਨੂੰ ਪਾਲਣ ਵਾਲੇ ਦੀ, ਧਰਤੀ ਦੀ ਰੱਖਿਆ ਕਰਨ ਵਾਲੇ ਦੀ, ਤੇ ਉਹਨਾਂ ਦੀ ਇੱਕੋ ਹੀ ਅਰਜ਼ੋਈ ਆ, ਇੱਕੋ ਹੀ ਅਰਦਾਸ ਆ, ਸੇਵਾ ਸੁਆਮੀ ਲਾਹੋ। ਇਹ ਸੁਆਮੀ ਜੀ ਕਿਰਪਾ ਕਰਕੇ ਸਾਨੂੰ ਤੁੱਛ ਮਾਤਰ ਜੀਵਾਂ ਨੂੰ ਸੇਵਾ ਵਿੱਚ ਲਾ ਲਓ ਜੀ। ਵਿਖਿਆ ਕੋਹੇ ਨ ਸਕਈ, ਬਿਨ ਸਾਧੂ ਗੁਣ ਗਾਹੋ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਗੁਣ ਗਾ ਲਏ ਨੇ ਨਾ, ਤੇ ਉਹਨਾਂ ਤੇ ਜ਼ਹਿਰ ਦਾ ਪ੍ਰਭਾਵ ਨਹੀਂ ਹੁੰਦਾ। ਜਿਹੜਾ ਵਿਖਿਆ ਸ਼ਬਦ ਆ ਇਹਦਾ ਮਤਲਬ ਭਾਵ ਸਿੱਧਾ ਜਿਹੜਾ ਆਖਰੀ ਅਰਥ ਕੀਤਾ ਆ, ਵਿਖ ਦਾ ਅਰਥ ਜ਼ਹਿਰ ਹੁੰਦਾ ਹੈ। ਤੇ ਇਹ ਕਿਹੜੀ ਵਿਖਿਆ ਹੋਈ? ਪਤਾ ਨਹੀਂ ਸਾਨੂੰ ਕਿੰਨੀਆਂ ਕੁ ਜ਼ਹਿਰਾਂ ਨੇ ਘੇਰਿਆ ਆ। ਕਿਤੇ ਸਾਨੂੰ ਨਸ਼ਿਆਂ ਦਾ ਜ਼ਹਿਰ ਆ, ਉਹ ਚਾਰ ਸਵੇਰੋਂ ਚੰਬੜਿਆ ਹੋਇਆ। ਨਸ਼ਿਆਂ ਦਾ ਬਹੁਤ ਵੱਡਾ ਜ਼ਹਿਰ ਤੇ ਕੋੜ ਆ, ਉਹ ਵੀ ਜ਼ਹਿਰ ਆ। ਤੇ ਕਿਤੇ ਸਾਨੂੰ ਜ਼ਹਿਰ ਕਿਹੜੇ ਨੇ? ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ, ਇਹ ਵੀ ਜ਼ਹਿਰ ਆ। ਵਿਸ਼ੇ ਵਕਾਰ ਇੱਕ ਤਾਂ ਹੋ ਗਏ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਦੂਸਰੇ ਜਿਹੜੇ ਵਿਸ਼ੇ ਨੇ ਸ਼ਬਦ ਸਪਰਸ ਰੂਪ ਰਸ ਗੰਧ। ਕਿਸੇ ਦਾ ਰੂਪ ਦੇਖ ਕਰਕੇ ਅੰਦਰਲਾ ਮਨ ਡਿੱਗ ਪਿਆ, ਬੇਈਮਾਨ ਹੋ ਗਿਆ। ਤੇ ਸਤਿਗੁਰੂ ਤੇ ਕਹਿੰਦੇ ਸੀ ਗੁਰੂ ਕੇ ਸਿੱਖਾ ਪਰਤਰੇ ਰੂਪ ਨਾ ਵੇਖਿਆ, ਨੇਤਰ ਨਹੀਂ ਦੇਖਣਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਨ੍ਹਾਂ ਦਾ ਮਨ ਵਿਧਿਆ ਗਿਆ, ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਵੀ ਉਹ ਜਿਨ੍ਹਾਂ ਨੇ ਓਟ ਲੈਣਾ ਕੀਤੀ ਹੈ ਵਾਹਿਗੁਰੂ ਦੀ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਤੇ ਵਿਖਿਆ ਪੋਹੇ ਨਾ ਸਕਈ। ਵਿਖਿਆ ਜ਼ਹਿਰ, ਜ਼ਹਿਰ ਕੀ ਨੇ? ਵਿਸ਼ੇ ਵਕਾਰ। ਜ਼ਹਿਰ ਕੀ ਹੈ? ਨਸ਼ੇ। ਤੇ ਇਹਦੇ ਤੋਂ ਇਲਾਵਾ ਈਰਖਾ, ਨਫ਼ਰਤ, ਦੁਈ ਦਵੈਚ, ਇਹ ਵੀ ਜ਼ਹਿਰ ਆ। ਇੱਕ ਜ਼ਹਿਰ ਹੋ ਰਿਹਾ ਜੀ, ਉਹ ਸਾਨੂੰ ਬਹੁਤਾ ਹੀ ਮਿੱਠਾ ਲੱਗਦਾ ਤੇ ਉਹਦੇ ਤੋਂ ਬਿਨਾਂ ਸਰਦਾ ਵੀ ਨਹੀਂ ਜੀ। ਉਹ ਦਸਵੇਂ ਪਾਤਸ਼ਾਹ ਮਹਾਰਾਜ ਨੇ ਸਰਬ ਲੋ ਗ੍ਰੰਥ ਵਿੱਚ ਲਿਖਿਆ ਵੀ ਆ ਬਚਨ, ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ, ਤਿਸ ਬਿਨ ਸਰੇ ਨਾ ਇੱਕ ਛਿਨ, ਪੂਰਨ ਹੋਤ ਨਾ ਕਾਮ। ਇਹ ਵੀ ਜ਼ਹਿਰ ਆ। ਆਪਾਂ ਕਵਾਂਗੇ ਨਾਲੇ ਮਹਾਰਾਜ ਕਹਿੰਦੇ ਇੱਕ ਛਿਨ ਵੀ ਨਹੀਂ ਸਰਦਾ, ਤੇ ਇਹਦੇ ਤੋਂ ਬਿਨਾਂ ਕੰਮ ਹੀ ਨਹੀਂ ਸੈੱਟ ਹੁੰਦੇ, ਫਿਰ ਜ਼ਹਿਰ ਕਿੱਦਾਂ ਆ? ਗੁਰਮੁਖੋ ਜ਼ਹਿਰ ਪਤਾ ਕਦੋਂ ਬਣਦਾ ਆ? ਇਹ ਕਈ ਚੀਜ਼ਾਂ ਅੰਮ੍ਰਿਤ ਹੁੰਦੀਆਂ ਨੇ, ਪਰ ਜਦੋਂ ਅਸੀਂ ਉਹਨੂੰ ਓਵਰਲੋਡ ਵਰਤਦੇ ਹਾਂ, ਗਲਤ ਤਰੀਕੇ ਨਾਲ ਵਰਤਦੇ, ਗੁੜ ਤਾਂ ਅੰਮ੍ਰਿਤ ਹੀ ਆ। ਜਦੋਂ ਅਸੀਂ ਮੱਟ 'ਚ ਪਾ ਕੇ ਉਹਨੂੰ ਰਿੰਨ੍ਹਦੇ, ਰੂੜੀ 'ਚ ਦੱਬਦੇ ਹਾਂ ਤਾਂ ਜ਼ਹਿਰ ਬਣਦਾ ਹੈ। ਇਸੇ ਤਰੀਕੇ ਨਾਲ ਕਈ ਚੀਜ਼ਾਂ ਬੈਨੀਫਿਟ ਹੁੰਦੀਆਂ ਨੇ, ਵਧੀਆ ਹੁੰਦੀਆਂ ਨੇ, ਜਦੋਂ ਗਲਤ ਇਸਤੇਮਾਲ ਕਰਦੇ ਹਾਂ ਤੇ ਉਦੋਂ ਉਹ ਜ਼ਹਿਰ ਬਣ ਜਾਂਦੀਆਂ ਨੇ। ਮਾਇਆ ਠੀਕ ਸੀ, ਗਲਤ ਨਹੀਂ, ਪਰ ਲੇਕਿਨ ਗੁਰਮੁਖੋ ਮਾਇਆ ਨੂੰ ਬੰਦੇ ਨੇ ਵਰਤਣਾ ਸੀ, ਕਹਾਣੀ ਉਲਟ ਹੋ ਗਈ। ਮਾਇਆ ਬੰਦੇ ਨੂੰ ਵਰਤਣ ਲੱਗ ਪਈ। ਵਿਕ ਜਾਂਦੇ ਨੇ ਬੰਦੇ, ਮਾਇਆ ਬੰਦੇ ਨੂੰ ਵਰਤਣ ਲੱਗ ਗਈ। ਕੀ ਹੋਇਆ? ਵਿਖ ਜ਼ਹਿਰ ਬਣ ਗਈ। ਇੱਕ ਮਕਾਨ ਚਾਹੀਦਾ ਸੀ ਨਾ ਰਹਿਣ ਵਾਸਤੇ, ਤੇ ਮਕਾਨ ਵਿੱਚ ਕਿਹਨੇ ਰਹਿਣਾ ਸੀ? ਬੰਦੇ ਨੇ। ਤੇ ਹੁਣ ਕੋਠੀ ਐਡੀ ਪਾ ਲਈ, ਮਹੱਲ ਐਡਾ ਪਾ ਲਿਆ ਵੀ ਰਹਿਣਾ ਤੇ ਅਸੀਂ ਮਕਾਨ 'ਚ, ਮਹੱਲ ਭਾਵੇਂ ਕਿੰਨਾ ਵੀ ਵੱਡਾ ਹੋਵੇ, ਮੈਂ ਨਹੀਂ ਕਹਿੰਦਾ ਵੀ ਵੱਡਾ ਨਾ ਹੋਵੇ, ਪਰ ਰਹਿਣਾ ਤੇ ਮਹੱਲ ਵਿੱਚ ਬੰਦੇ ਨੇ ਸੀ। ਕਹਾਣੀ ਉਲਟ ਹੋ ਗਈ, ਮਹੱਲ ਬੰਦੇ 'ਚ ਰਹਿਣ ਲੱਗ ਪਿਆ। ਇਹਦੇ ਮਨ 'ਚੋਂ ਭੁੱਲਦਾ ਹੀ ਨਹੀਂ, ਕਹਿੰਦਾ ਮੇਰੇ ਨਾਲ ਦੀ ਕੋਠੀ ਨਹੀਂ ਹੋਣੀ ਪਿੰਡ 'ਚ ਕਿਸੇ ਦੀ। ਕੋਠੀ ਅੰਦਰ ਰਹਿਣ ਲੱਗ ਪਈ। ਰਹਿਣਾ ਇਹਨੇ ਕੋਠੀ 'ਚ ਸੀ, ਕਹਾਣੀ ਉਲਟ ਹੋ ਗਈ, ਕੋਠੀ ਇਹਦੇ ਅੰਦਰ ਰਹਿਣ ਲੱਗ ਪਈ। ਵੇਖੋ ਜੀ, ਕਾਰ ਜਿਹੜੀ ਆ ਹੁਣ ਉਹ ਵੀ ਕਾਰ ਹੁੰਦੀ ਹੈ ਜਿਹੜੀ ਕੋਈ 2 ਲੱਖ ਦੀ ਆ ਗਈ, 2.5 ਲੱਖ ਦੀ ਆ ਗਈ। ਹੁਣ ਉਹ ਵੀ ਕਾਰ ਆ ਜਿਹੜੀ 50 ਲੱਖ ਦੀ, 75 ਲੱਖ ਦੀ ਆਉਂਦੀ ਆ।
ਤੇ ਜਦੋਂ ਬੰਦਾ ਉਸ ਸਟੇਜ ਤੇ ਪਹੁੰਚ ਜਾਂਦਾ, ਅਸਲ 'ਚ ਜਿਹੜੀ ਕਾਰ ਸੀ ਇਹ ਤਾਂ ਬੰਦੇ ਨੇ ਇਹਦੇ ਵਿੱਚ ਸਵਾਰ ਹੋਣਾ ਸੀਗਾ, ਸਫ਼ਰ ਆਪਣਾ ਤੈਅ ਕਰਨ ਨੂੰ ਸਵਾਰ ਹੀ ਹੋਣਾ ਸੀ ਨਾ, ਲੋੜ ਸੀ। ਤੇ ਪਰ ਲੇਕਿਨ ਕਹਾਣੀ ਉਲਟ ਹੋ ਗਈ ਵੀ ਕਾਰ ਬੰਦੇ 'ਚ ਸਵਾਰ ਹੋ ਗਈ। ਬੰਦੇ ਨੇ ਕਾਰ 'ਚ ਸਵਾਰ ਹੋਣਾ ਸੀ, ਕਾਰ ਬੰਦੇ 'ਚ ਸਵਾਰ ਹੋ ਗਈ। ਇਹਨੂੰ ਇਹ ਨਹੀਂ ਭੁੱਲਦਾ, ਕਹਿੰਦਾ ਮੇਰੇ ਨਾਲ ਦੀ ਗੱਡੀ ਕਿਸੇ ਕੋ ਹੋਣੀ ਨਹੀਂ, ਮੈਂ ਤਾਂ ਇੰਨੀ ਮਹਿੰਗੀ ਗੱਡੀ 'ਤੇ ਆਇਆ, ਪੈਰ ਨਹੀਂ ਥੱਲੇ ਲੱਗਦੇ, ਹਵਾ ਬੜੀ ਉੱਚੀ ਹੋ ਗਈ। ਪਰ ਇਹ ਬਿਖ ਬਣ ਗਈ ਜੀ, ਇਹ ਜ਼ਹਿਰ ਬਣ ਗਿਆ। ਸਤਿਗੁਰੂ ਕਹਿੰਦੇ ਅੰਮ੍ਰਿਤ ਵੀ ਹੁੰਦੀ ਹੈ ਮਾਇਆ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਤੇ ਜਿਹੜੇ ਦੂਰ ਹੋ ਗਏ ਉਹਨਾਂ ਲਈ ਹਰ ਚੀਜ਼ ਮਾਇਆ ਬਣ ਜਾਂਦੀ ਆ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਇਹ ਮਾਇਆ ਜ਼ਹਿਰ ਜਿਹੜੀ ਆ ਨਾ, ਵਿਖਿਆ ਜ਼ਹਿਰ ਮਾਇਆ ਜਿਹੜੀ ਆ, ਜਿਹੜੀ ਵਿਖਿਆ ਇਹ ਵਿਸ਼ੇ ਵਕਾਰ ਨੇ, ਵਿਖਿਆ ਜਿਹੜੇ ਇਹ ਜ਼ਹਿਰੀਲੇ ਨਸ਼ੇ ਨੇ, ਪੋਹੇ ਨਾ ਸਕਈ, ਉਹਨਾਂ ਨੂੰ ਨਹੀਂ ਪਾਉਂਦੇ, ਉਹਨਾਂ ਨੂੰ ਨਹੀਂ ਪ੍ਰਭਾਵਿਤ ਕਰਦੇ। ਕਿਹਨਾਂ ਨੂੰ? ਮਿਲ ਸਾਧੂ ਗੁਣ ਗਾਹੋ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਦਿਲੋਂ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕੀਤਾ ਜੀ। ਜੈਸੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਅਸਲ ਵਿੱਚ ਕਹਾਣੀ ਸੱਚੇ ਪਿਆਰ ਦੀ ਆ। ਦਿਖਾਵੇ ਦਾ ਪਿਆਰ ਇੱਥੇ ਰਹਿ ਜਾਂਦਾ ਹੈ, ਸੱਚਾ ਪਿਆਰ ਨਿਰੰਕਾਰ ਤੱਕ ਲੈ ਜਾਂਦਾ ਹੈ। ਸਾਡੀ ਪ੍ਰੀਤ ਕਿਹੜੀ ਆ ਜੀ? ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਵੇਖਦੇ ਆ ਨਾ, ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਾਉਂਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਆਉਣਾ, 3 ਦਿਨ ਗੁਰਬਾਣੀ ਪੜ੍ਹੀ ਜਾਂਦੀ ਆ, ਭੋਗ ਪੈਂਦਿਆਂ ਸਾਰ ਉੱਥੇ ਸ਼ਰਾਬਾਂ ਦੇ ਦੌਰ, ਉੱਥੇ ਮੁਰਗੇ ਕੱਟੇ ਗਏ, ਉੱਥੇ ਮਾਰ ਧਮਾਲਾਂ ਪੈ ਗਈਆਂ, ਡੀਜੇ ਲੱਗ ਗਏ। ਦੇਖੋ ਸੱਚਖੰਡ ਸੀਗਾ, ਹੁਣ ਉੱਥੇ ਨਰਕ ਬਣ ਗਿਆ। ਮਤਲਬ ਭਾਵ ਵੀ ਉਹ ਪਿਆਰ ਨਹੀਂ ਸਾਡੇ ਅੰਦਰ, ਅਫਾਰਮੈਂਟੀ ਸੀ, ਦਿਖਾਵਾ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਓ ਤੇ ਸੰਗਤ ਇਕੱਠੀ ਕਰਨ ਲਈ ਆ ਜੀ, ਕਿੰਨੇ ਸਰੀਰ ਇਕੱਠੇ ਹੋ ਕੇ ਬਹਿ ਜਾਣਗੇ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਕੇ ਤੂੰ ਅੰਦਰੋਂ ਬਦਲਦਾ, ਤਬਦੀਲ ਹੁੰਦਾ ਤੇ ਸੰਗਤ ਵੀ ਕੁਝ ਲੈ ਕੇ ਜਾਂਦੀ। ਤੇ ਸਤਿਗੁਰੂ ਕਹਿੰਦੇ ਜਦੋਂ ਝੂਠਾ ਪਿਆਰ ਹੋਵੇ ਨਾ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵੇ। ਇਹ ਹੈ ਹਾਲਾਤ ਸਾਡੇ। ਤੇ ਫਿਰ ਨਿਰੰਕਾਰ ਤੱਕ ਕਿੱਦਾਂ ਜਾਏਗਾ? ਇਹ ਕੱਚਾ ਪਿਆਰ ਆ ਨਾ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਤੇ ਸਾਡੇ ਅੱਗੇ ਦੇਖੋ ਜੀ, ਤੁਹਾਡੀ ਘਰ ਵਾਲੀ ਕਿਤੇ ਕੱਚਾ ਪ੍ਰਸ਼ਾਦਾ ਤੁਹਾਨੂੰ ਪਰੋਸ ਦੇ, ਕੀ ਉਹ ਕੱਚਾ ਪ੍ਰਸ਼ਾਦਾ ਸਾਨੂੰ ਪ੍ਰਵਾਨਿਆ? ਕੱਚੀ ਸਬਜ਼ੀ ਲਿਆ ਕੇ ਤੁਹਾਡੇ ਮੂਹਰੇ ਥਾਲੀ 'ਚ ਰੱਖ ਦੇ, ਕੀ ਛਕ ਲਓਗੇ? ਪ੍ਰਵਾਨਿਆ? ਤੇ ਜੇ ਕੱਚਾ ਪ੍ਰਸ਼ਾਦਾ ਪ੍ਰਵਾਨ ਨਹੀਂ, ਕੱਚੀ ਸਬਜ਼ੀ ਪ੍ਰਵਾਨ ਨਹੀਂ, ਉਹ ਤੁਹਾਡਾ ਕੱਚਾ ਪਿਆਰ ਗੁਰੂ ਨੂੰ ਪ੍ਰਵਾਨ ਕਿੱਦਾਂ ਹੋ ਜਾਏਗਾ? ਕੱਚਾ ਪਿਆਰ ਆ, ਢਿੱਲਾ ਪਿਆਰ ਆ। ਸ਼ਰਾਬਾਂ ਦੇ ਦੌਰ ਵੀ ਨਹੀਂ ਛੱਡਣੇ, ਮੁਰਗੇ ਵੀ ਕੱਟਣੇ ਨੇ, ਸਾਰਾ ਕੁਛ ਕਰਨਾ, ਗਲਤ ਕੰਮ ਹੀ ਕਰਨੇ ਰੱਜ ਕੇ, ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਲਿਆਉਣਾ ਆ। ਇਸ ਕਰਕੇ ਇਹ ਕੱਚਾ ਪਿਆਰ ਆ। ਸਤਿਗੁਰੂ ਕਹਿੰਦੇ ਸੱਚਾ ਪਿਆਰ ਬਣਾ, ਉਹ ਲੈ ਕੇ ਜਾਏਗਾ ਉੱਥੋਂ ਤੱਕ। ਕੱਚੇ ਨਾਲ ਇੱਥੇ ਹੀ ਰਹਿ ਜਾਏਗਾ। ਸਤਿਗੁਰੂ ਕਹਿੰਦੇ ਸੱਚੀ ਪ੍ਰੀਤ ਸਮਾਹੋ, ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਸਮਾ ਗਈ ਆ ਨਾ, ਸੱਚੀ ਪ੍ਰੀਤੀ ਵਾਹਿਗੁਰੂ ਦੀ ਵਸ ਗਈ ਆ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ। ਸੱਚਾ ਪਿਆਰ ਜਿਨ੍ਹਾਂ ਦੇ ਜਹ ਤੇ ਉਪਜੀ ਤਹ ਮਿਲੀ। ਉਹ ਜੀਵ ਰੂਪੀ ਇਸਤਰੀਆਂ ਜਿੱਥੋਂ ਪੈਦਾ ਹੋਈਆਂ ਨੇ ਨਾ, ਕਹਾਣੀ ਦੇਖੋ ਜੀ, ਕਿੱਡਾ ਪਿਆਰਾ ਬਚਨ ਆ ਵੀ ਜਿੱਥੋਂ ਤੁਰਿਆ ਸੀ ਉੱਥੇ ਪਹੁੰਚ ਗਿਆ। ਅਸੀਂ ਕਰਦੇ ਕੀ ਆ ਵੀ ਜਿੱਥੋਂ ਅਸੀਂ ਤੁਰਦੇ ਆ ਨਾ ਉੱਥੇ ਪਹੁੰਚਣਾ, ਮੁੜ ਕੇ ਨਹੀਂ ਜੇ ਪੈਰ ਜਦੋਂ ਖਿਸਕ ਜਾਣਾ ਇੱਕ ਵਾਰੀ, ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ। ਪੌੜੀ ਹੱਥ ਵਿੱਚੋਂ ਛੁੱਟ ਜੇ ਫਿਰ ਹੱਥ ਨਹੀਂ ਆਉਂਦੀ। ਇਸ ਤਰੀਕੇ ਨਾਲ ਜਿਸ ਤੇ ਉਪਜੀ, ਜਿੱਥੋਂ ਸ਼ੁਰੂਆਤ ਹੋਈ ਸੀ, ਜਿਹਦੇ ਤੋਂ ਜਨਮ ਲਿਆ ਸੀ, ਕਿੱਥੋਂ ਲਿਆ? ਕਹੋ ਕਬੀਰ ਇਹੋ ਰਾਮ ਕੀ ਅੰਸ਼। ਤੇ ਇਹ ਜ਼ਿੰਦਗੀ ਦਾ ਜਿਹੜਾ ਹਰ ਦਿਨ ਆ, ਜ਼ਿੰਦਗੀ ਦੀ ਜਿਹੜੀ ਯਾਤਰਾ ਆ, ਇੱਕ ਦਿਨ ਨਾ ਆਪਣੇ ਆਪ ਹੀ ਇਹ ਖੇਹ ਤੋਂ ਤੁਰਿਆ ਸੀ, ਸਰੀਰ ਮਿੱਟੀ ਤੋਂ ਤੁਰਿਆ ਸੀ, ਮਿੱਟੀ ਵਿੱਚ ਮਿਲ ਜਾਣਾ ਇਹ ਸੁਭਾਵਿਕ ਆ ਜੀ। ਕਬੀਰਾ ਧੂਰ ਸਕੇਲ ਕਹਿ ਪੁਰੀਆਂ ਬਾਂਧੀ ਦੇਹ, ਦਿਵਸ ਚਾਰ ਕੋ ਪਿਖਣਾ,
ਅੰਤ ਖੇਹ ਕੀ ਖੇਹ। ਮਿੱਟੀ ਵਿੱਚੋਂ ਯਾਤਰਾ ਸੀ, ਮਿੱਟੀ ਨੇ ਇੱਕ ਦਿਨ ਆਪਣੇ ਆਪ ਮਿੱਟੀ 'ਚ ਚਲੇ ਜਾਣਾ ਆ, ਪਰ ਕਹਾਣੀ ਤਦੋਂ ਬਣਨੀ ਸੀ ਵੀ ਜਦੋਂ ਤੱਕ ਮਿੱਟੀ ਮਿੱਟੀ ਵਿੱਚ ਮਿਲੇ, ਜੋਤ ਜੋਤ ਵਿੱਚ ਮਿਲ ਜਾਏ। ਇੰਨਾ ਸਿਮਰਨ, ਇੰਨੀ ਬੰਦਗੀ, ਇੰਨੀ ਕਮਾਈ ਹੋਵੇ ਵੀ ਸਰੀਰ ਦੀ ਯਾਤਰਾ ਜਿਹੜੀ ਆ ਉਹ ਸ਼ਮਸ਼ਾਨ ਭੂਮਿਕਾ ਤੱਕ ਖਤਮ ਹੋ ਜਾਏ ਤੇ ਅੰਦਰ ਵਾਲੇ ਦੀ ਯਾਤਰਾ ਸੰਸਾਰ ਤੋਂ ਉੱਠ ਕੇ ਨਿਰੰਕਾਰ ਤੱਕ ਚਲੀ ਜਾਏ। ਸਤਿਗੁਰੂ ਕਹਿੰਦੇ ਜਹ ਤੇ ਉਪਜੀ ਤਹ ਮਿਲੀ। ਸਮੁੰਦਰ ਵਿੱਚੋਂ ਨਿਕਲਿਆ ਸਾਂ, ਸਮੁੰਦਰ ਵਿੱਚ ਦੁਬਾਰਾ ਲੀਨ ਹੋ ਜਾ। ਤੇ ਸਮੁੰਦਰ ਵਿੱਚ ਜਿਹੜੇ ਕੌਣ ਮਿਲੇ ਨੇ ਜੀ? ਸਾਗਰ ਵਿੱਚ ਦੁਬਾਰਾ ਕੌਣ ਮਿਲ ਗਏ? ਸਤਿਗੁਰੂ ਕਹਿੰਦੇ ਉਹ ਮਿਲ ਗਏ ਨੇ ਸੱਚੀ ਪ੍ਰੀਤ ਸਮਾਹੋ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਸੱਚਾ ਪਿਆਰ ਜਾਗਿਆ ਜੀ। ਕਰ ਗਏ ਲੀਨੀ ਪਾਰ ਬ੍ਰਹਮ, ਬਾਵੜ ਨ ਵਿਛੁੜਿਆ ਹੋ। ਕਰ ਨਾਮ ਹੱਥ ਦਾਇਆ। ਕਰ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਆ ਤੇ ਜਿਨ੍ਹਾਂ ਦਾ ਗਹਿ ਨਾਮ ਪਕੜਨ ਦਾ, ਜਿਨ੍ਹਾਂ ਦਾ ਹੱਥ ਫੜ ਲਿਆ ਹੈ ਪਾਰ ਬ੍ਰਹਮ ਨੇ, ਬਹੁੜ ਨਾ ਵਿਛੜਿਆ। ਅਸੀਂ ਆਪਣਾ ਹੱਥ ਮਿੱਤਰ ਨੂੰ ਫੜਾਉਂਦੇ ਹਾਂ। ਅੱਜ ਸਾਡਾ ਮਿੱਤਰ ਸੀ ਤੇ ਥੋੜ੍ਹੀ ਗੱਲ ਪਿੱਛੇ ਪਤਾ ਨਹੀਂ ਜਿਹੜਾ ਦੁਸ਼ਮਣ ਆ ਓਨਾ ਨੁਕਸਾਨ ਸਾਡਾ ਨਹੀਂ ਕਰੇਗਾ ਜਿੰਨਾ ਉਹ ਮਿੱਤਰ ਕਰ ਜਾਏਗਾ। ਥੋੜ੍ਹੀ ਜਿਹੀ ਕਹਾਣੀ ਵਿਗੜ ਗਈ ਨਾ ਤੇ ਕਹਾਵਤ ਵੀ ਬਣੀ ਹੋਈ ਵੀ ਘਰ ਕਾ ਭੇਤੀ ਲੰਕਾ ਢਾਏ। ਤੇ ਮਿੱਤਰ ਪਤਾ ਨਹੀਂ ਓਨੀ ਦੁਸ਼ਮਣ ਨਹੀਂ ਕਰ ਸਕਦਾ ਜਿੰਨੀ ਮਿੱਤਰ ਕਰ ਜਾਂਦਾ ਹੈ। ਤੇ ਸੰਸਾਰੀ ਮਿੱਤਰਤਾ ਕੀ ਹੁੰਦੀ ਆ? ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਦ। ਆ ਜੇ ਮਿੱਤਰਤਾ ਸਾਡੀ। ਅਸੀਂ ਕੁੜਮਾਚਾਰੀ ਦਾ ਨਵਾਂ ਰਿਸ਼ਤਾ ਜੋੜਿਆ, ਮਾਰ ਸ਼ਰਾਬਾਂ ਪੀਤੀਆਂ, ਮੁਰਗੇ ਵੱਢ ਲਏ, ਧਮਾਲਾਂ ਪਾਈਆਂ। ਤੇ ਗੁਰਮੁਖੋ ਜੇ ਦਾਜ ਥੋੜ੍ਹਾ ਲਿਆਂਦਾ, ਉਹ ਧੀ ਨੂੰ ਥੋੜ੍ਹਾ ਦਾਜ ਮਿਲ ਗਿਆ ਨਹੁੰ ਸਾਡੀ ਨੂੰ, ਤੇ ਕਹਾਣੀ ਉਲਟ ਹੋ ਗਈ ਜੀ। ਸਾਰਾ ਹੀ ਕੰਮ ਵਿਗੜ ਗਿਆ ਜੀ, ਸਿਆਪੇ ਪੈ ਗਏ ਜੀ, ਤਲਾਕਾਂ ਤੱਕ ਚਲੀ ਗਈ। ਕੀ ਇਹ ਦੋਸਤੀ ਸੱਚੀ ਆ? ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਵਨੇ। ਜੇ ਪਹਿਨਣ ਖਾਣ ਨੂੰ ਗੋਲਾ ਮਿਲ ਗਿਆ, ਅਗਲੇ ਨੇ ਵਿਚਾਰੇ ਨੇ ਜ਼ਮੀਨ ਜਾਇਦਾਦ ਵੇਚ ਕੇ ਵੀ ਤੁਹਾਡੇ ਘਰ ਸੁੱਟ ਦਿੱਤਾ, ਫੇਰ ਠੀਕ ਆ। ਜਿਚਰ ਪਹਿਨਣ ਖਾਵਨੇ ਤਿਚਰ ਰੱਖਣ ਗੰਢ, ਫੇਰ ਸਾਡੀ ਗੰਢ ਜੋੜ ਜੀ। ਰਿਸ਼ਤਾ ਬੜਾ ਚੰਗਾ ਜੀ, ਬਹੁਤ ਵਧੀਆ ਰਿਸ਼ਤੇਦਾਰ ਮਿਲੇ ਜੀ, ਉਹਨਾਂ ਨੇ ਤਾਂ ਕਮਾਲਾਂ ਕਰ ਦਿੱਤੀਆਂ। ਜਿਚਰ ਪਹਿਨਣ ਖਾਵਨੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵੇ। ਜੇ ਹੱਥ ਜੋੜ ਕੇ ਕੁੜੀ ਦਾ ਧੀ ਦਾ ਬਾਪ ਖੜਾ ਹੋ ਜਾਏ ਜੀ, ਮੇਰੇ ਕੋਲ ਤੇ ਧੀ ਆ ਜੀ, ਮੈਂ ਤੇ ਇਹੀ ਦੇ ਸਕਦਾ, ਹੋਰ ਕੁਛ ਨਹੀਂ ਦੇ ਸਕਦਾ, ਤੇ ਮੂੰਹ ਵਿੰਗੇ ਹੋ ਗਏ ਸਾਡੇ ਵੀ ਇਹ ਕਿੱਥੋਂ ਪਰਿਵਾਰ ਮਿਲ ਗਿਆ? ਇਹ ਤਾਂ ਕੁਛ ਵੀ ਨਹੀਂ ਕੀਤਾ ਇਹਨਾਂ ਨੇ, ਤੇ ਕੰਮ ਹੀ ਖਰਾਬ ਕਰ ਦਿੱਤਾ। ਸਤਿਗੁਰੂ ਕਹਿੰਦੇ ਜੇ ਕੁਛ ਵੀ ਨਾ ਮਿਲੇ ਤੇ ਫਿਰ ਕੀ ਹੁੰਦਾ? ਤਿਤ ਦਿਨ ਬੋਲਣ ਗੰਦ। ਉਹ ਜਿਹੜੇ ਕਹਿੰਦੇ ਸਾਡੇ ਸੰਬੰਧੀ ਬੜੇ ਚੰਗੇ ਸੀ, ਉਹੀ ਗੰਦ ਬਕਦੇ, ਉਹ ਕਹਿੰਦੇ ਕੱਖ ਵੀ ਨਾ। ਸੋ ਇਸ ਤਰੀਕੇ ਦੇ ਨਾਲ ਇਹ ਮਨਮੁਖਾਂ ਦੀ ਦੋਸਤੀ ਆ। ਤੇ ਗੁਰਮੁਖਾਂ ਦੀ ਦੋਸਤੀ ਕੀ ਹੁੰਦੀ ਆ? ਗੁਰਮੁਖ ਸੋਂ ਕਰ ਦੋਸਤੀ, ਸਤਿਗੁਰ ਸੋਂ ਲਾਏ ਚਿੱਤ। ਗੁਰਮੁਖ ਸੋਂ ਕਰ ਦੋਸਤੀ, ਸਤਿਗੁਰ ਸੋਂ ਲਾਏ ਚਿੱਤ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਨ੍ਹਾਂ ਦੀ ਦੋਸਤੀ ਸਤ ਸੰਗੀਆਂ ਨਾਲ, ਸਤਪੁਰਖਾਂ ਨਾਲ ਪੈ ਗਈ, ਉਹਨਾਂ ਦਾ ਤਾਲਮੇਲ ਕਿੱਥੇ ਬਣ ਗਿਆ ਜੀ? ਵਾਹਿਗੁਰੂ ਨਾਲ, ਗੁਰੂ ਨਾਲ। ਤੇ ਸੰਸਾਰ ਮਿੱਤਰ ਦੀ, ਮਿੱਤਰ ਨੇ ਬਾਂਹ ਫੜੀ ਹੁੰਦੀ ਹੈ, ਜੋ ਛੱਡ ਦਿੰਦਾ, ਤੇ ਮਿੱਤਰ ਆਪਸ ਵਿੱਚ ਇੰਨਾ ਫਸਦੇ ਨੇ ਕਿ ਬੁਰੀ ਹਾਲਤ ਹੋ ਜਾਂਦੀ। ਕਰ ਗਹਿ ਲੀਨੀ ਆਪਣੀ, ਕਿਤੇ ਬਾਂਹ ਫੜਾ ਦਿਓ ਗੁਰੂ ਨੂੰ। ਰੋਜ਼ਾਨਾ ਕਹਿ ਦਿੰਦੇ ਆ ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਫੜਾਉਂਦੇ ਨਹੀਂ। ਉਸੇ ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ, ਉਸੇ 'ਚ ਹੀ ਪਊਆ ਖੋਲ੍ਹ ਕੇ ਬਹਿ ਜਾਂਦਾ ਰਾਤ ਨੂੰ। ਫਿਰ ਉਹ ਬਾਂਹ ਗੁਰੂ ਕਿੱਦਾਂ ਕਬੂਲ ਕਰ ਲਏਗਾ? ਇਹ ਤਾਂ ਢਿੱਲੀ ਪ੍ਰੀਤੀ ਆ, ਕੱਚੀ ਪ੍ਰੀਤੀ ਆ। ਇਸ ਕਰਕੇ ਬਾਂਹ ਜੇ ਰੱਬ ਫੜ ਲਏ, ਦੁਨੀਆ ਦੇ ਲੋਕ ਬਾਂਹ ਫੜਦੇ ਵੀ ਨੇ, ਛੱਡਦੇ ਵੀ ਨੇ। ਫੜਨ ਲੱਗਿਆਂ ਵੀ ਟਾਈਮ ਨਹੀਂ ਲਾਉਂਦੇ, ਛੱਡਣ ਲੱਗਿਆਂ ਵੀ ਕਹਾਣੀ ਵਿਗੜ ਜਾਂਦੀ। ਸਤਿਗੁਰੂ ਕਹਿੰਦੇ ਜੇ ਕਿਤੇ ਰੱਬ ਨੇ ਬਾਂਹ ਫੜ ਲਈ ਨਾ, ਗੁਰੂ ਨੇ ਬਾਂਹ ਫੜ ਲਈ, ਉਹ ਇੰਨਾ ਪੱਕਾ ਹੀ ਉਹ
ਵੀ ਉਹ ਬਾਂਹ ਛੱਡਦਾ ਹੀ ਨਹੀਂ। ਨਵੇਂ ਪਾਤਸ਼ਾਹ ਨੇ ਫੜੀ, ਸ਼ਹੀਦੀ ਦਿਹਾੜਾ ਆ ਰਿਹਾ 18 ਤਰੀਕ ਨੂੰ। ਨਵੇਂ ਪਾਤਸ਼ਾਹ ਜੀ ਨੇ ਕਸ਼ਮੀਰ ਦੇ ਪੰਡਤਾਂ ਦੀ ਬਾਂਹ ਫੜੀ ਸੀ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋਡੀਐ। ਸਿਰ ਵੀ ਕੁਰਬਾਨ ਕਰ ਦਿੰਦਾ, ਗੁਰੂ ਬਾਂਹ ਨਹੀਂ ਛੱਡਦਾ ਜੇ। ਕਰ ਗਹਿ ਲੀਨੀ ਪਾਰ ਬ੍ਰਹਮ, ਜਿਨ੍ਹਾਂ ਦਾ ਹੱਥ ਫੜ ਲਿਆ ਪਾਰ ਬ੍ਰਹਮ ਨੇ, ਬਹੁੜ ਨਾ ਵਿਛੜਿਆ, ਫਿਰ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਵਾਹਿਗੁਰੂ ਦੇ ਦਰ ਤੋਂ ਦੂਰ ਨਹੀਂ ਹੁੰਦੇ ਉਹ। ਵਾਰ ਜਾਓ ਲਖ ਬੇਰੀਆ, ਹਰ ਸੱਜਣ ਅਗਮੇ ਅਗਾਉ। ਕਹਿੰਦੇ ਜੀ ਮੈਂ ਸਦਕੇ ਜਾਨਾ ਆ, ਕੁਰਬਾਨ ਜਾਨਾ ਆ, ਘੋਲੀ ਜਾਨਾ ਆ, ਵਾਰਨੇ ਜਾਨਾ। ਕਿੰਨੀ ਵਾਰੀ? ਕਹਿਣ ਲੱਗੇ ਲੱਖ ਬੇਰੀਆ, ਲੱਖਾਂ ਵਾਰ। ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਜਿਨ੍ਹਾਂ ਵੀਰਾਂ ਨੇ ਸੰਥਿਆ ਨਹੀਂ ਕੀਤੀ ਉਹ ਦਿਹਾੜੀ ਸਦਵਾਰ ਹੀ ਕਹਿ ਦਿੰਦੇ, ਦਿਹਾੜੀ ਸਦਵਾਰ। ਉੱਥੇ ਊੜਾ ਵੀ ਲੱਗਿਆ, ਯਾਦ ਕਰੋ, ਨੋਟ ਕਰ ਲਓ, ਦਿਓ ਹਾੜੀ ਸਦਵਾਰ। ਇੱਕ ਦਿਹਾੜੀ ਵਿੱਚ 100 ਵਾਰੀ ਸਦਕੇ ਜਾਨਾ ਆ। ਤੇ ਸਤਿਗੁਰੂ ਕਹਿੰਦੇ ਬਾਹਰ ਜਾਓ ਬਲਹਾਰਨੇ ਜਾਓ। ਭਾਈ ਗੁਰਦਾਸ ਨੇ ਲਿਖਿਆ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ। ਅਸੀਂ ਤੇ ਇੱਕ ਵਾਰੀ ਸਿਰ ਝੁਕਾਉਣ ਲੱਗਿਆ ਵੀ ਕਈਆਂ ਦਾ ਸੁਭਾਅ ਹੁੰਦਾ ਐਂ ਹੀ ਕਰ ਲੈਣਗੇ, ਤੇ ਕਈ ਹੱਥ ਰੱਖ ਕੇ ਬੜਾ ਥੱਲੇ ਹੱਥ ਦੀ ਮੁੱਠੀ ਬਣਾ ਕੇ ਤੇ ਗੂਠੇ ਦੀ ਨੋਕ ਤੇ ਸਿਰ ਲਾ ਲੈਂਦੇ ਹੁੰਦੇ। ਪਤਾ ਨਹੀਂ ਇਹ ਕਿੱਧਰ ਦਾ ਪਿਆਰ ਆ, ਵੀ ਮੈਨੂੰ ਤਾਂ ਸਮਝ ਨਹੀਂ ਲੱਗੀ। ਸਤਿਗੁਰੂ ਕਹਿੰਦੇ ਨੇ ਵੀ ਕੁਰਬਾਨ ਜਾ, ਸਦਕੇ ਜਾ। ਭਾਈ ਗੁਰਦਾਸ ਜੀ ਕਹਿੰਦੇ ਤੂੰ ਇੱਕ ਵਾਰੀ ਝੁਕਣ ਲੱਗਿਆ ਡਰਦਾ, ਨਮੋ ਨਮੋ ਨਮੋ, ਨੇਤ 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 ਹੈ। ਸੱਚੇ ਪਾਤਸ਼ਾਹ ਤੋਂ ਸਦਕੇ ਜਾਂਦੇ ਆ, ਵਾਰਨੇ ਜਾਂਦੇ ਆ, ਘੋਲੀ ਜਾਂਦੇ ਆ, ਵਾਰਨੇ ਜਾਂਦੇ ਆ। ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ। ਜਿਹੜਾ ਹਰੀ ਸੱਜਣ ਆ, ਦੁਨੀਆ ਦੇ ਸੱਜਣ ਵੀ ਬੜੇ ਨੇ। ਸੱਜਣ ਜਿਹੜਾ ਆ ਦਿਲੋਂ ਕੋਈ ਵਿਰਲਾ ਹੁੰਦਾ ਆ। ਤੇ ਕਹਿੰਦੇ ਜਿਹੜਾ ਵਾਹਿਗੁਰੂ ਸੱਜਣ ਆ, ਇੰਨਾ ਕੁ ਡੂੰਘਾ ਆ, ਮਨ ਦੀ ਪਹੁੰਚ ਨਹੀਂ ਉੱਥੋਂ ਤੱਕ। ਅਗਮ ਗਮਤਾ, ਗਮ ਗਮ ਹੁੰਦਾ ਗਮਨ ਕਰਨਾ, ਜਾਣਾ, ਐਡਾ ਲੱਗ ਗਿਆ ਨਾਲ। ਜਿੱਥੇ ਤੱਕ ਪਹੁੰਚਿਆ ਨਾ ਜਾਏ ਉਹਨੂੰ ਕਹਿੰਦੇ ਨੇ ਅਗਮ। ਅਗਮ ਅਗਮ ਅਸੰਖ ਲੋ। ਮਨ ਕਰਕੇ ਤੇ ਅਗਮ ਅਗਾਹ ਹੋ, ਇੰਦਰੀਆਂ ਕਰਕੇ ਵੀ ਪਹੁੰਚ ਨਹੀਂ। ਜਿਵੇਂ ਗੁਰਬਾਣੀ ਵਿੱਚ ਪੜ੍ਹਦੇ, ਵੇਖਣ ਅੰਤ ਨਾ ਵੇਖਣ, ਸੁਣਨ ਨਾ ਅੰਤ। ਕੰਨਾਂ ਨਾਲ ਸੁਣ ਕੇ ਵੀ ਉਹਦਾ ਅੰਤ ਨਹੀਂ, ਅੱਖਾਂ ਨਾਲ ਵੇਖ ਕੇ ਵੀ ਅੰਤ ਨਹੀਂ। ਪਹੁੰਚ ਤੋਂ ਰਹਿਤ ਆ, ਉੱਥੋਂ ਤੱਕ ਪਹੁੰਚਿਆ ਨਹੀਂ ਜਾਂਦਾ। ਅਗਾਹ ਅਗਾਹ, ਡੂੰਘਾ ਕਿੰਨਾ ਕਿਹਾ ਪਤਾ ਹੀ ਨਹੀਂ, ਕਿੰਨਾ ਕੁ ਡੰਗਿਆਈ ਆ, ਕਿੰਨਾ ਕੁ ਗਹਿਰਾ ਆ, ਮਾਪਿਆ ਹੀ ਨਹੀਂ ਜਾਂਦਾ। ਸਮੁੰਦਰ ਕਿੰਨਾ ਡੂੰਘਾ ਹੈ। ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖ ਕਹਿੰਦੇ ਹੁੰਦੇ ਸਮੁੰਦਰ ਦਾ ਪੇਟ ਤੇ ਪਤਾ ਨਹੀਂ ਕਿੰਨਾ ਕੁ ਡੂੰਘਾ, ਪਰ ਕਹਿੰਦੇ ਇੱਕ ਬੰਦੇ ਕੋਲ ਬਾਂਸ ਆ 20 ਫੁੱਟ ਦਾ, ਉਹਨੇ 20 ਫੁੱਟ ਬਾਂਸ ਡੋਬਿਆ ਤੇ ਉਹ ਕਹਿੰਦਾ ਮੈਂ ਮਿਣ ਲਿਆ। ਕਹਿੰਦਾ ਸਮੁੰਦਰ ਤਾਂ 20 ਫੁੱਟ ਆ। ਦੂਜੇ ਕੋਲ 40 ਫੁੱਟ ਸੀ, ਉਹ ਕਹਿੰਦਾ ਉਹ ਗਲਤ ਕਹਿੰਦਾ ਜੇ, ਉਹ ਸਮੁੰਦਰ ਤੇ 40 ਫੁੱਟ ਆ। ਤੀਜੇ ਕੋਲ ਕਹਿੰਦੇ 80 ਫੁੱਟ ਸੀਗਾ, ਉਹ ਕਹਿੰਦਾ ਦੋਨੇ ਬਕਵਾਸ ਕਰਦੇ ਜੇ, ਸਮੁੰਦਰ ਤੇ 80 ਫੁੱਟ ਆ। ਤੇ ਮਹਾਂਪੁਰਖ ਕਹਿੰਦੇ ਵੀ ਕੌਣ ਦੱਸੇ ਵੀ ਤੂੰ ਵੀ ਭੋਲਿਆ ਪੈਂਚੀਆ ਜੇ, ਭੋਲੀਆਂ ਹੀ ਗੱਲਾਂ ਕਰਦਾ, ਸਮੁੰਦਰ 80 ਫੁੱਟ ਨਹੀਂ। ਇਸ ਕਰਕੇ ਉਹ ਰੱਬ ਜਿਹੜਾ ਆ ਕਿੰਨਾ ਕੁ ਡੂੰਘਾ ਆ, ਸਮੁੰਦਰ ਨਹੀਂ ਮਾਪਿਆ ਜਾਂਦਾ, ਸਮੁੰਦਰ ਹਲੇ ਉਹਦਾ ਬਣਾਇਆ ਆ। ਤੇ ਇਸ ਕਰਕੇ ਪਰਮਾਤਮਾ ਅਗਮ ਅਗਾਹ ਡੂੰਘਾ, ਜਿਹਦਾ ਉਥਾ ਕੋਈ ਨਹੀਂ। ਵਾਰਨੇ ਜਾਂਦੇ, ਸਦਕੇ ਜਾਂਦੇ, ਕੁਰਬਾਨ ਜਾਂਦੇ ਹਾਂ ਜੀ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਕਹਿੰਦੇ ਨੇ ਗੁਰੂ ਕੇ ਸਿੱਖਾ ਕਿਤੇ ਮਰ ਕੇ ਦਰਵਾਜ਼ੇ ਤੇ ਡਿੱਗ ਪਾ। ਵਾਹਿਗੁਰੂ ਦੇ ਦਰਵਾਜ਼ੇ ਤੇ ਨਾ ਮਰ ਕੇ ਡਿੱਗ ਪਾ। ਤੇ ਜਦੋਂ ਦਰਵਾਜ਼ੇ ਤੇ ਡਿੱਗ ਪਿਆ ਤੇ ਯਾਦ ਰੱਖੀ ਸ਼ਰਮ ਪਈ ਨਾਰਾਇਣ। ਤੇਰੇ ਡਿੱਗਣ ਦੀ ਸ਼ਰਮ ਨਾਰਾਇਣ ਨੂੰ ਹੋਵੇਗੀ। ਵਾਹਿਗੁਰੂ ਜੀ ਆਪਣੇ ਦਰਵਾਜ਼ੇ ਤੋਂ ਚੁੱਕ ਕੇ ਤੈਨੂੰ ਆਪਣੀ ਗਲ ਵਕੜੀ ਵਿੱਚ ਲੈ ਲੈਣਗੇ। ਓਖ
ਗਰੀਬ ਨਵਾਜ ਕਹਿੰਦੇ ਜੀ ਪੋਹ ਦਾ ਮਹੀਨਾ ਉਹਨਾਂ ਲਈ ਸੁਹਾਵਣਾ, ਜੇ ਪੋਹ ਦਾ ਮਹੀਨਾ ਉਹਨਾਂ ਲਈ ਚੰਗਾ ਸੋਭਨੀਕ ਆ। ਕਿਹਨਾਂ ਲਈ? ਸਤਿਗੁਰੂ ਕਹਿੰਦੇ ਜਿਸ ਬਖਸ਼ੇ ਬੇਪਰਵਾਹ, ਜਿਨ੍ਹਾਂ ਦੇ ਉੱਪਰ ਬੇਪਰਵਾਹ ਪ੍ਰਭੂ ਦੀ ਬਖਸ਼ਿਸ਼ ਹੋ ਗਈ। ਤੇ ਜੇ ਬਖਸ਼ਿਸ਼ ਦੇ ਪਾਤਰ ਬਣਨਾ ਆ ਫਿਰ ਅੰਮ੍ਰਿਤ ਵੇਲਾ ਸੰਭਾਲਣਾ ਪਊ। ਜੇ ਬਖਸ਼ਿਸ਼ ਦੇ ਪਾਤਰ ਬਣਨਾ ਆ ਤੇ ਸੰਗਤ ਕਰਨੀ ਪਊ, ਕਥਾ ਕੀਰਤਨ ਗੁਰਬਾਣੀ। ਕਿਉਂਕਿ ਮਹਾਰਾਜ ਨੇ ਬਚਨ ਕੀਤੇ ਨੇ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਤੇ ਬੇਪਰਵਾਹ ਦੀ ਬਖਸ਼ਿਸ਼ ਜਿਹਨਾਂ ਤੇ ਹੋ ਗਈ, ਸੱਚ ਜਾਣਿਓ ਉਹ ਵੀ ਬੇਪਰਵਾਹ ਹੀ ਹੋ ਜਾਂਦੇ। ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੋ ਪਾਖ ਸੁਆਮੀ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ। ਬੇਪਰਵਾਹ ਦੀ ਜਿਹਨਾਂ ਤੇ ਬਖਸ਼ਿਸ਼ ਹੋ ਗਈ ਉਹ ਵੀ ਬੇਪਰਵਾਹ ਹੋ ਗਏ। ਤੇ ਉਹਨਾਂ ਦਾ ਪੋਹ ਦਾ ਮਹੀਨਾ ਜਿਹੜਾ ਚੱਲ ਰਿਹਾ ਇਹ ਵੀ, ਤੇ ਜਿਹੜਾ ਮਨੁੱਖਾ ਜਨਮ ਰੂਪੀ ਪੋਹ ਦਾ ਮਹੀਨਾ ਉਹ ਵੀ ਉਹਨਾਂ ਦਾ ਸੁਹਾਵਣਾ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਚੜ੍ਹਦੀ ਕਲਾ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜਨ। ਸਮੂਚੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗ੍ਰੰਥੀ ਸਿੰਘ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਮੂਹ ਦਾ ਰੋਮ ਰੋਮ ਕਰਕੇ ਧੰਨਵਾਦ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਦੀ ਮੁਆਫੀ ਜੀ। ਦੋ ਪੰਗਤੀਆਂ ਪਿਆਰ ਨਾਲ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ, ਓ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ